ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 24 ਤੇ ਆਖਰੀ ਪੰਕਤੀ ਹੈ। ਸ਼੍ਰੀ ਰਾਗ ਮਹਿਲਾ ਪਹਿਲਾ ਘਰ ਚੌਥਾ। ਏਕਾ ਸੁਰਤ ਜੇਤੇ ਹੈ ਜੀ। ਜੇਤਾ ਇੱਕ ਵਚਨ ਹੁੰਦਾ, ਜੇਤੇ ਬਹੁਵਚਨ ਹੁੰਦਾ, ਕਿਉਂਕਿ ਅੱਗੇ ਜਿਹੜਾ ਜੀ ਸ਼ਬਦ ਹੈ ਉਹ ਬਹੁਵਚਨ ਹੈ। ਇਸ ਲਈ ਬਹੁਵਚਨ ਦੇ ਨਾਲ ਫਿਰ ਕਿਰਿਆ ਵੀ ਬਹੁਵਚਨ ਲੱਗਦੀ ਹੈ। ਹਿੰਦੀ ਦੇ ਵਿੱਚ ਹੈ ਦਾ ਬਹੁਵਚਨ ਹੈ, ਪੰਜਾਬੀ 'ਚ ਹੈ ਦਾ ਬਹੁਵਚਨ ਹਨ। ਜਿਵੇਂ ਉਹ ਜਾਂਦੇ ਹਨ, ਉਹ ਜਾਂਦਾ ਹੈ, ਉਹ ਜਾਂਦੇ ਹਨ। हिंदी में वह जाता है, वे जाते हैं, जेते हैं। एका सुरत जेते हैं जी। सुरत विहूणा कोय न की। जेही सुरत तेहा तिन राहो। लेखा इको आवो जाहो। ਉਂਝ ਸ਼ਬਦ ਹੈ ਰਾਹ, ਪਰ ਜਿਹੜਾ ਨਿਯਮ ਹੈ ਉਹ ਹੈ ਕਿ ਕਈ ਵਾਰੀ ਤੁਕਾਂਤ ਮਿਲਾਉਣ ਲਈ ਇਹ ਔਂਕੜ ਪੜ੍ਹਨਾ ਪੈਂਦਾ ਹੈ, ਕਿਉਂਕਿ ਆਵੋ ਜਾਹੋ ਉਹਨੂੰ ਅਸੀਂ ਜਾ ਨਹੀਂ ਬੋਲ ਸਕਦੇ। ਜਾ ਇੱਕ ਵਚਨ ਹੁੰਦਾ, ਤੂੰ ਉੱਥੇ ਜਾ। ਜੇ ਆਪਾਂ ਇਹ ਵੀ ਕਹੀਏ ਤੂੰ ਉੱਥੇ ਜਾ, ਤੁਸੀਂ ਉੱਥੇ ਜਾਓ, ਐਂ ਕਹਿਣਾ ਪਏਗਾ। ਇਸ ਲਈ ਜਾਹੋ ਨੂੰ ਅਸੀਂ ਜਾ ਨਹੀਂ ਪੜ੍ਹ ਸਕਦੇ। ਜੇ ਇੱਧਰ ਪੜ੍ਹਦਿਆਂ ਰਾਹ, ਉੱਧਰ ਪੜ੍ਹਦਿਆਂ ਜਾਹੋ, ਤਾਂ ਕਵਿਤਾ ਨਹੀਂ ਜੁੜੇਗੀ, ਤੁਕਾਂਤ ਨਹੀਂ ਜੁੜਦਾ। ਤੁਕਾਂਤ ਮਿਲਾਉਣ ਲਈ ਕਈ ਵਾਰੀ ਫਿਰ ਔਂਕੜ ਬੋਲਣਾ ਪੈਂਦਾ ਹੈ। ਜੇਹੀ ਸੁਰਤ ਤੇਹਾ ਤਿਨ ਰਾਹੋ। ਲੇਖਾ ਇੱਕੋ ਆਵੋ ਜਾਹੋ। ਕਾਹੇ ਜੀ ਕਰਹਿ ਚਤੁਰਾਈ। ਲੇਵੈ ਦੇਵੈ ਢਿੱਲ ਨਾ ਪਾਈ। ਤੇਰੇ ਜੀ ਜੀਆਂ ਕਾ ਤੋ। ਇਹਨੂੰ ਤੋਹੇ ਨਹੀਂ ਪੜ੍ਹਨਾ। ਹਿੰਦੀ ਦੇ ਵਿੱਚ ਇਸ ਦੇ ਦੋ ਉਚਾਰਨ ਦਿੱਤੇ। ਤੋ ਦਾ ਮਤਲਬ ਹੈ ਤੁਮ, ਤੂੰ। ਤੋਹੇ ਦਾ ਮਤਲਬ ਹੈ ਤੁਹਾਨੂੰ। ਜਿਵੇਂ ਆਪਾਂ ਕਹਿੰਦੇ, ਜਿੱਥੇ ਅਰਥ ਤੁਹਾਨੂੰ ਹੋਏਗਾ, ਜਿਵੇਂ ਮੋਹ ਅਤੇ ਮੋਹੇ, ਮੋਹੇ ਮੈਨੇ ਮੈਨੂੰ, ਇਸ ਤਰ੍ਹਾਂ ਇਹ ਤੋ ਹੈ ਉਚਾਰਨ ਹਿੰਦੀ ਦੀ ਡਿਕਸ਼ਨਰੀ 'ਚ। ਤੇਰੇ ਜੀ ਜੀਆਂ ਕਾ ਤੋ। ਕਿਤ ਕੋ ਸਾਹਿਬ ਆਵੇਂ ਰੋ। ਕਿਉਂਕਿ ਰੋ ਹੈ ਨਾਉਨ, ਇਸ ਲਈ ਹਾਹੇ ਨੂੰ ਸਿਹਾਰੀ ਨਹੀਂ ਬੋਲਦੀ। ਇਸ ਲਈ ਪੜ੍ਹਿਆ ਜਾਏਗਾ ਰੋ, ਉਹ ਪੜ੍ਹਨਾ ਉਸਨੂੰ ਤੋ। ਤੇਰੇ ਜੀ ਜੀਆਂ ਕਾ ਤੋ। ਕਿਤ ਕੋ ਸਾਹਿਬ ਆਵੇਂ ਰੋ। ਜੇ ਤੂੰ ਸਾਹਿਬ ਆਵੇਂ ਰੋ। ਤੂੰ ਉਹਨਾਂ ਕਾ ਤੇਰੇ ਉਹ। ਇਹ ਉਹ ਜਿਹੜਾ ਸ਼ਬਦ ਹੈ, ਇਹਦੇ ਤਿੰਨ ਸਰੂਪ ਨੇ ਗੁਰਬਾਣੀ 'ਚ। ਊੜੇ ਦਾ ਮੂੰਹ ਖੁੱਲ੍ਹਾ ਹਾਹਾ ਉਹ। ਇੱਕ ਵਚਨ ਇਸਤਰੀ ਲਿੰਗ। ਊੜੇ ਦਾ ਮੂੰਹ ਖੁੱਲ੍ਹਾ ਹਾਹੇ ਨੂੰ ਔਂਕੜ ਉਹ। ਇੱਕ ਵਚਨ ਪੁਲਿੰਗ। ਊੜੇ ਦਾ ਮੂੰਹ ਖੁੱਲ੍ਹਾ ਹਾਹੇ ਨੂੰ ਸਿਆਰੀ ਉਹ, ਬਹੁਵਚਨ। ਤੂੰ ਉਹਨਾਂ ਕਾ ਤੇਰੇ ਉਹ। ਅਸੀਂ ਬੋਲ ਵਿਗਾੜ ਵਿਗਾੜਹਿ ਬੋਲ। ਤੂੰ ਨਜ਼ਰੀ ਅੰਦਰ ਤੋਲਹਿ ਤੋਲ। ਜਹ ਕਰਨੀ ਤਹ ਪੂਰੀ ਮਤ। ਕਰਨੀ ਬਾਝੋਂ ਘਟੇ ਘਟ।
ਪ੍ਰਣਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ ਬੂਝੈ ਸੋਏ। ਗੁਰ ਪ੍ਰਸਾਦ ਕਰੇ ਵਿਚਾਰ, ਸੋ ਗਿਆਨੀ ਦਰਗਾਹ ਪ੍ਰਵਾਨ। ਗੁਰੂ ਨਾਨਕ ਦੇਵ ਫਰਮਾਨ ਕਰਦੇ ਨੇ, ਏਕਾ ਸੁਰਤ ਜੇਤੇ ਹੈ ਜੀ। ਜਿੰਨੇ ਵੀ ਪਰਮਾਤਮਾ ਨੇ ਜੀਵ ਪੈਦਾ ਕੀਤੇ ਨੇ, ਸਾਰਿਆਂ ਨੂੰ ਉਹਨੇ ਸੋਝੀ ਦਿੱਤੀ ਹੋਈ ਹੈ। ਸੁਰਤ ਸੋਝੀ। ਅਲਾ ਕਹਿੰਦਾ ਫਲਾਨਾ ਡਿੱਗ ਪਿਆ ਜੀ, ਬੇਸੁਰਤ ਹੋ ਗਿਆ, ਭਾਵ ਉਹਨੂੰ ਕੋਈ ਸੋਝੀ ਨਹੀਂ ਰਹੀ। ਇਸ ਲਈ ਜਿੰਨੇ ਵੀ ਪਰਮਾਤਮਾ ਨੇ ਜੀਵ ਪੈਦਾ ਕੀਤੇ ਨੇ, ਸਭ ਨੂੰ ਸੋਝੀ ਦਿੱਤੀ ਹੋਈ ਹੈ। ਸੁਰਤ ਵਿਹੂਣਾ ਕੋਇ ਨਾ ਕੀ ਮੈਨੇ ਕੀਆ ਕੀਤਾ। ਪਰਮਾਤਮਾ ਨੇ ਸੋਝੀ ਤੋਂ ਬਿਨਾਂ ਕੋਈ ਪੈਦਾ ਨਹੀਂ ਕੀਤਾ। ਚਾਹੇ ਕੀੜਾ ਹੈ ਅਤੇ ਚਾਹੇ ਮਨੁੱਖ ਹੈ, ਸਭ ਨੂੰ ਸੋਝੀ ਦਿੱਤੀ ਹੋਈ ਹੈ। ਹਾਂ, ਬਹੁਵਚਨ। ਇਹ ਇੱਕ ਵਚਨ ਲਈ ਹੋਰ ਸ਼ਬਦ ਹੈ, ਜੀਓ ਆਏਗਾ, ਉੱਥੇ ਜੀਓ ਆਏਗਾ। ਜਜਨ ਬਿਆਰੀ ਊੜੇ ਨਾ ਔਂਕੜ, ਜੀ ਬਹੁਵਚਨ। ਕੀ ਮੈਨੇ ਕੀਤੇ, ਸੁਰਤ ਵਿਹੂਣਾ ਕੋਇ ਨਾ ਕੀ। ਪਰ ਸੋਝੀ ਤੋਂ ਬਿਨਾਂ ਕੋਈ ਪੈਦਾ ਨਹੀਂ ਕੀਤਾ। ਜਿਹੀ ਸੁਰਤ ਤਿਹਾ ਤਿਨ ਰਾਹ। ਹੁਣ ਜਿਹੀ ਕਿਸੇ ਨੂੰ ਸੋਝੀ ਦਾਤੇ ਨੇ ਦਿੱਤੀ ਹੈ, ਉਹ ਜਿਹਾ ਜੀਵਨ ਢੰਗ ਅਪਣਾਉਂਦਾ ਹੈ। ਹਰ ਬੰਦਾ ਆਪਣੀ ਅਕਲ ਅਨੁਸਾਰ ਕੰਮ ਕਰਦਾ ਹੈ। ਜਿਹੜੇ ਥੋੜ੍ਹੇ ਜਿਹੇ ਸਿਆਣੇ ਹੁੰਦੇ ਨੇ, ਉਹ ਆਪਣੇ ਤੋਂ ਵੱਧ ਸਿਆਣੇ ਦੀ ਸਲਾਹ ਲੈ ਲੈਂਦੇ ਨੇ। ਆਪਾਂ ਕਿਸੇ ਤੋਂ ਸਲਾਹ ਕਦੋਂ ਲੈਣ ਜਾਂਦੇ ਹਾਂ, ਜਦੋਂ ਆਪਾਂ ਸਮਝਦੇ ਹਾਂ ਵੀ ਇਹ ਮੇਰੇ ਤੋਂ ਵੱਧ ਸਿਆਣਾ ਹੈ, ਉਸ ਤੋਂ ਸਲਾਹ ਲੈਣ ਜਾਂਦੇ। ਜਿਹੀ ਸੁਰਤ ਤਿਹਾ ਤਿਨ ਰਾਹ। ਜਿਹੋ ਜਿਹੀ ਸੋਝੀ ਹੁੰਦੀ ਹੈ, ਉਹੇ ਜਿਹੇ ਉਹਨਾਂ ਦਾ ਰਾਹ ਹੁੰਦਾ, ਭਾਵ ਉਹੇ ਜਿਹੇ ਉਹਨਾਂ ਦਾ ਜੀਵਨ ਢੰਗ ਹੁੰਦਾ ਹੈ। ਲੇਖਾ ਇੱਕੋ ਆਵੋ ਜਾਹੋ। ਲੇਖਾ ਮਨੇ ਨਿਯਮ। ਨਿਯਮ ਤਾਂ ਇੱਕ ਹੀ ਹੈ ਕਿ ਪਰਮਾਤਮਾ ਦਾ ਨਾਮ ਜਪੋ। ਜੇ ਨਹੀਂ ਜਪਣਾ ਫਿਰ ਆਵੋ ਜਾਹੋ, ਫਿਰ ਆਈ ਜੋ ਜਾਈ ਜੋ, ਜੰਮੀ ਜੋ ਮਰੀ ਜੋ। ਸੋ ਕਹਿਣ ਦਾ ਭਾਵ ਕੀ ਹੈ ਕਿ ਨਾਮ ਜਪਣਾ। ਨਹੀਂ ਨਾਮ ਜਪਾਂਗੇ ਫਿਰ ਜੰਮਣ ਮਰਨ ਦਾ ਚੱਕਰ ਬਣਿਆ ਰਹੇਗਾ। ਇਹ ਗੱਲ ਸੋਝੀ ਸਾਰਿਆਂ ਨੇ ਦਿੱਤੀ ਹੋਈ ਹੈ, ਪਰ ਕੋਈ ਉਸ ਤੋਂ ਕੰਮ ਲੈਂਦਾ, ਕੋਈ ਨਹੀਂ ਲੈਂਦਾ। ਹੁਣ ਅਕਲ ਤਾਂ ਪਰਮਾਤਮਾ ਨੇ ਦਿੱਤੀ ਹੋਈ ਹੈ, ਕਈ ਅਕਲ ਤੋਂ ਕੰਮ ਹੀ ਨਹੀਂ ਲੈਂਦੇ। ਅਕਲ ਤੋਂ ਕੰਮ ਹੀ ਨਹੀਂ ਲੈਂਦੇ। ਜਿਸ ਚੀਜ਼ ਤੋਂ ਤੁਸੀਂ ਕੰਮ ਲੈਣਾ ਹਟ ਜਾਓਗੇ, ਹੌਲੀ ਹੌਲੀ ਕੰਮ ਕਰਨੋਂ ਹਟ ਜਾਏਗੀ। ਪੁਰਾਣੇ ਜ਼ਮਾਨੇ ਤੋਂ ਦੇਖਿਆ, ਲੋਕ ਸਰੀਰ ਤੋਂ ਬਹੁਤ ਕੰਮ ਲੈਂਦੇ ਸਨ, ਦਿਮਾਗ ਤੋਂ ਘੱਟ ਕੰਮ ਲੈਂਦੇ ਸਨ। ਇਸ ਲਈ ਸਰੀਰ ਮਜ਼ਬੂਤ ਸਨ, ਦਿਮਾਗ ਕਮਜ਼ੋਰ ਸਨ। ਅੱਜ ਦਾ ਮਨੁੱਖ ਦਿਮਾਗ ਤੋਂ ਜ਼ਿਆਦਾ ਕੰਮ ਲੈਂਦਾ ਹੈ, ਸਰੀਰ ਤੋਂ ਘੱਟ ਲੈਂਦਾ ਹੈ। ਅੱਜ ਦਿਮਾਗ ਤੇਜ਼ ਨੇ, ਸਰੀਰ ਕੰਡਮ ਹੋ ਗਏ ਨੇ, ਕੰਮ ਨਹੀਂ ਲੈਂਦੇ। ਜਿਹੜੇ ਸਿਆਣੇ ਨੇ ਉਹ ਸਰੀਰ ਤੋਂ ਵੀ ਕੰਮ ਲੈਂਦੇ ਨੇ ਅਤੇ ਦਿਮਾਗ ਤੋਂ ਵੀ ਕੰਮ ਲੈਂਦੇ ਨੇ। ਕਾਹੇ ਜੀ ਕਰੈ ਚਤਰਾਈ। ਹੇ ਜੀ, ਤੂੰ ਕਿਉਂ ਚਤਰਾਈਆਂ ਕਰਦਾ? ਇੱਥੇ ਜੀ ਤਾਂ ਮਤਲਬ ਜਿੰਦ ਹੈ। ਜਿੰਦੇ, ਤੂੰ ਕਿਉਂ ਚਤਰਾਈਆਂ ਕਰਦੀ ਹੈ? ਲੇਵੈ ਦੇਵੈ ਢਿੱਲ ਨਾ ਪਾਈ। ਜਿਹਨੇ ਤੈਨੂੰ ਸੋਝੀ ਦਿੱਤੀ ਹੈ ਨਾ, ਉਹ ਸੋਝੀ ਲੈ ਵੀ ਸਕਦਾ, ਤੈਨੂੰ ਸੋਝੀ ਦੇ ਵੀ ਸਕਦਾ, ਉਹਨੂੰ ਕੋਈ ਦੇਰ ਨਹੀਂ ਲੱਗਣੀ। ਇਹ ਤਾਂ ਉਹਨੇ ਸੋਝੀ ਦਿੱਤੀ ਹੈ, ਤੂੰ ਉਸ ਸੋਝੀ ਨਾਲ ਚਤਰਾਈਆਂ ਕਰਦੇ। ਮੈਂ ਦੇਖਿਆ ਸਿਆਣੇ ਲੋਕ ਘੱਟ ਨੇ, ਚਲਾਕ ਬਥੇਰੇ ਨੇ। ਅੱਜ ਦਾ ਮਨੁੱਖ ਸਿਆਣਾ ਘੱਟ ਹੈ, ਚਲਾਕ ਜ਼ਿਆਦਾ ਹੈ। ਚਲਾਕ ਮਨੁੱਖ ਹਮੇਸ਼ਾ ਦੂਜਿਆਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਉਹਨਾਂ ਨੂੰ ਠੱਗਦਾ ਹੈ।
ਚਲਾਕ ਦਾ ਕੰਮ ਹੀ ਇਹੀ ਹੁੰਦਾ ਕਿ ਲੋਕਾਂ ਨੂੰ ਬੇਵਕੂਫ ਬਣਾਓ ਅਤੇ ਫਿਰ ਉਹਨੂੰ ਠੱਗੋ। ਕਿਸੇ ਸਮਝਾਇਆ, ਹੇ ਜਿੰਦੇ, ਕਿਉਂ ਤੂੰ ਚਤਰਾਈਆਂ ਕਰਦੀ? ਜਿਹੜਾ ਪਰਮਾਤਮਾ ਹੈ ਉਹੀ ਲੈਣ ਵਾਲਾ ਹੈ, ਉਹੀ ਦੇਣ ਵਾਲਾ ਹੈ, ਉਹ ਦੇਰ ਵੀ ਕੋਈ ਨਹੀਂ ਲੈਂਦਾ। ਤੇਰੇ ਜੀ ਜੀਆਂ ਕਾ ਤੋ, ਹੇ ਪਰਮਾਤਮਾ, ਸਾਰੇ ਜੀਵ ਤੇਰੇ ਹਨ ਅਤੇ ਤੂੰ ਜੀਵਾਂ ਦਾ ਹੈ। ਕਿਤ ਕੋ ਸਾਹਿਬ ਆਵੇਂ ਰੋ, ਹੇ ਪਰਮਾਤਮਾ, ਤੂੰ ਕਿਸ 'ਤੇ ਨਾਰਾਜ਼ ਹੋਏਗਾ? ਸਾਰੇ ਜੀ ਹੈ ਨਹੀਂ ਤੇਰੇ ਨੇ, ਤੂੰ ਕਿਸ 'ਤੇ ਨਾਰਾਜ਼ ਹੋਏਗਾ? ਜੇ ਤੂੰ ਸਾਹਿਬ ਆਵੇਂ ਰੋ, ਰੋ ਗੁੱਸੇ ਨੂੰ ਕਹਿੰਦੇ ਨੇ, ਹੇ ਪਰਮਾਤਮਾ, ਜੇ ਤੂੰ ਗੁੱਸੇ 'ਚ ਆ ਵੀ ਜਾਏਗਾ, ਤੂੰ ਉਹਨਾਂ ਕਾ, ਤੇਰੇ ਉਹ, ਤੂੰ ਉਹਨਾਂ ਦਾ, ਉਹ ਤੇਰੇ ਨੇ। ਕਿਸ ਤਰੀਕੇ ਦੇ 'ਤੇ ਗੁੱਸੇ ਹੋਏਗਾ? ਤਾਂ ਹੀ ਪਰਮਾਤਮਾ ਗੁੱਸੇ ਨਹੀਂ ਹੁੰਦਾ। ਉਹ ਤਾਂ ਦਿਆਲੂ ਹੈ, ਕਿਰਪਾਲੂ ਹੈ, ਬਖਸ਼ਿੰਦ ਹੈ। ਅਸੀਂ ਬੋਲ ਵਿਗਾੜ ਵਿਗਾੜੈ ਬੋਲ, ਬੋਲ ਵਿਗਾੜਦੇ ਬੜਬੋਲੇ, ਬਹੁਤਾ ਬੋਲਣ ਵਾਲੇ, ਜਿਨ੍ਹਾਂ ਨੂੰ ਬੋਲਣ ਦਾ ਚੱਜ ਨਹੀਂ ਹੈ। ਅਗਲਾ ਕਹਿੰਦਾ ਬੋਲਣ ਦਾ ਚੱਜ ਨਹੀਂ ਹੈਗਾ। ਅਸੀਂ ਬੋਲ ਵਿਗਾੜ ਹਾਂ, ਅਸੀਂ ਭੈੜੇ ਬੋਲ ਬੋਲ ਕੇ ਤੇਰੇ ਨਾਲ ਵਿਗਾੜ ਲੈਂਦੇ ਹਾਂ। ਕਈ ਵਾਰੀ ਬੰਦਾ ਰੱਬ ਨੂੰ ਵੀ ਅਬਾ ਤਬਾ ਬੋਲੀ ਜਾਂਦਾ ਹੈ, ਬੋਲ ਵਿਗਾੜਨ। ਇਸ ਕਰਕੇ ਤੂੰ ਨਜ਼ਰੀ ਅੰਦਰ ਤੋਲਹਿ ਤੋਲ, ਪਰ ਤੂੰ ਤੇ ਆਪਣੀ ਨਜ਼ਰ ਵਿੱਚ ਸਾਰਿਆਂ ਦੇ ਕਰਮਾਂ ਨੂੰ ਤੋਲ ਰਿਹਾ ਹੈ, ਸਾਰਿਆਂ ਦੇ ਕਰਮਾਂ ਦੀ ਜਾਂਚ ਪੜਤਾਲ ਕਰ ਰਿਹਾ ਹੈ। ਜਹ ਕਰਨੀ ਤਹ ਪੂਰੀ ਮਤ, ਜਿੱਥੇ ਸ਼ੁਭ ਕਰਨੀ ਹੈ ਉੱਥੇ ਮਤ ਵੀ ਪੂਰੀ ਹੈ। ਪੂਰੀ ਮਤ ਵਾਲਾ ਹੀ ਸ਼ੁਭ ਕਰਮ ਕਰੇਗਾ। ਜਿਹਦੀ ਮਤ ਹੀ ਪੂਰੀ ਨਹੀਂ, ਜਿਹਦੀ ਥੋੜ੍ਹੀ ਮਤ ਹੈ, ਉਹ ਫਿਰ ਕਰਮ ਵੀ ਵਧੀਆ ਨਹੀਂ ਕਰਦਾ। ਸੋ ਜਿੱਥੇ ਸ਼ੁਭ ਕਰਨੀ ਹੈ, ਸ਼ੁਭ ਕਰਮ ਹਨ, ਉੱਥੇ ਹੀ ਮਤ ਵੀ ਪੂਰੀ ਹੈ। ਕਰਨੀ ਬਾਝੋਂ ਘਟੇ ਘਟ, ਸ਼ੁਭ ਕਰਮਾਂ ਤੋਂ ਬਿਨਾਂ ਘਾਟਾ ਹੀ ਘਾਟਾ ਹੈ। ਸ਼ੁਭ ਕਰਮਾਂ ਤੋਂ ਬਿਨਾਂ ਤਾਂ ਘਾਟੇ ਹੀ ਬੜੀ ਗੱਲ ਹੈ ਸਾਰੀ। ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਪ੍ਰਣਵਤ ਨਾ ਆਖਦੇ ਹਨ। ਗੁਰੂ ਮਹਾਰਾਜ ਕਹਿੰਦੇ ਨੇ ਗਿਆਨੀ ਕੈਸਾ ਹੋਏ, ਗਿਆਨੀ ਕੀ ਹੋ ਜਾਂਦਾ? ਇੱਥੇ ਗਿਆਨੀ ਸੰਸਾਰਕ ਗਿਆਨੀ ਤੋਂ ਭਾਵ ਨਹੀਂ, ਬ੍ਰਹਮ ਗਿਆਨੀ ਤੋਂ ਭਾਵ ਹੈ। ਪ੍ਰਣਤ ਨਾਨਕ ਗਿਆਨੀ ਕੈਸਾ ਹੋਏ। ਹੁਣ ਜਿਨ੍ਹਾਂ ਟੀਚਰਾਂ ਕੋਲੇ ਗੁਰੂ ਨਾਨਕ ਜੀ ਨੇ ਪੜ੍ਹਨ ਲਾਇਆ ਹਨ, ਜੋ ਗਿਆਨੀ ਸਨ, ਟੀਚਰ ਨੇ, ਪੜ੍ਹੇ ਲਿਖੇ ਸਨ, ਪਰ ਨਹੀਂ, ਉਹਨਾਂ ਨੂੰ ਬ੍ਰਹਮ ਗਿਆਨ ਨਹੀਂ ਸੀ। ਉਹਨਾਂ ਨੂੰ ਬ੍ਰਹਮ ਗਿਆਨ ਨਹੀਂ ਸੀ। ਇਸ ਲਈ ਗੁਰੂ ਮਹਾਰਾਜ ਨੇ ਉਹਨੂੰ ਬ੍ਰਹਮ ਗਿਆਨ ਦਿੱਤਾ। ਕਹਿੰਦੇ ਮੈਂ ਸੰਸਾਰਕ ਵਿਦਿਆ ਨਹੀਂ ਪੜ੍ਹਨੀ, ਮੈਂ ਤਾਂ ਬ੍ਰਹਮ ਗਿਆਨ ਪੜ੍ਹਨਾ। ਜਿਵੇਂ ਸੰਤ ਅਤਰ ਸਿੰਘ ਮਹਾਰਾਜ ਨੂੰ ਪੜ੍ਹਨ ਪਾਉਣ ਲੱਗੇ, ਉਹ ਕਹਿੰਦੇ ਮੈਂ ਸੰਸਾਰਕ ਵਿਦਿਆ ਨਹੀਂ ਪੜ੍ਹਨੀ, ਮੈਂ ਧਾਰਮਿਕ ਵਿਦਿਆ ਪੜ੍ਹਨੀ। ਇਸ ਲਈ ਉਹਨੂੰ ਡੇਰੇ 'ਤੇ ਭੇਜ ਦੇਵੇ, ਭਾਈ ਧਾਰਮਿਕ ਵਿਦਿਆ ਗ੍ਰਹਿਣ ਕਰ ਲੈ। ਉਹਨੇ ਸੰਸਾਰਕ ਵਿਦਿਆ ਨਹੀਂ ਪੜ੍ਹੀ। ਪਰ ਜਦੋਂ 1905 ਈਸਵੀ ਦੇ ਵਿੱਚ ਇੰਗਲੈਂਡ ਦਾ ਰਾਜਾ ਹਿੰਦੁਸਤਾਨ 'ਚ ਆਇਆ, ਸਾਰੀਆਂ ਰਿਆਸਤਾਂ ਦੇ ਰਾਜੇ ਦਿੱਲੀ ਪਹੁੰਚੇ, ਧਾਰਮਿਕ ਲੋਕ ਵੀ ਉੱਥੇ ਪਹੁੰਚੇ। ਮਹਾਰਾਜਾ ਪਟਿਆਲਾ ਨੇ ਮਹਾਰਾਜਾ ਨਾਭੇ ਨੂੰ ਕਿਹਾ, ਕਿ ਉਹ ਨਾਭੇ ਉਹਦੇ ਏਰੀਏ ਸਨ, ਕਿ ਆਪਾਂ ਸੰਤ ਅਤਰ ਸਿੰਘ ਮਹਾਰਾਜ ਨੂੰ ਲੈ ਕੇ ਜਾਣਾ ਦਿੱਲੀ। ਜੇ ਸੰਤ ਅਤਰ ਸਿੰਘ ਮਹਾਰਾਜ ਨੂੰ ਹਾਥੀ 'ਤੇ ਬਿਠਾਇਆ, ਰਾਜੇ ਦੇ ਅੱਗੋਂ ਜੇ ਲੰਘੇ ਨਾ, ਰਾਜੇ ਨੇ ਜਦੋਂ ਦਰਸ਼ਨ ਕੀਤੇ,
ਇੰਨਾ ਪ੍ਰਭਾਵਿਤ ਹੋਇਆ ਮਹਾਂਪੁਰਖਾਂ ਦੇ ਦਰਸ਼ਨ ਕਰਕੇ, ਉਹਨੇ ਆਪਣਾ ਟੋਪ ਲਾ ਕੇ ਸਤਿਕਾਰ ਕੀਤਾ। ਆਪਾਂ ਸਿਰ ਢੱਕ ਕੇ ਸਤਿਕਾਰ ਕਰਦੇ ਹਾਂ, ਅੰਗਰੇਜ਼ਾਂ 'ਚ ਟੋਪ ਲਾ ਕੇ ਸਤਿਕਾਰ ਕਰਦੇ ਨੇ। ਅਤੇ ਪੁੱਛਿਆ, ਰਾਜਾ ਨਾਲ ਬੈਠਾ ਸੀ, ਇਹ ਕੌਣ ਨੇ? ਉਹਨੇ ਕਿਹਾ ਸਾਡੇ ਸੰਤ ਮਹਾਤਮਾ ਨੇ। ਫਿਰ ਜੋ ਸਟੇਜ ਲੱਗ ਗਈ, ਮਹਾਂਪੁਰਖਾਂ ਵੀ ਸਟੇਜ 'ਤੇ ਬਹਿ ਗਏ ਨੇ। ਰਾਜਾ ਬਾਅਦ 'ਚ ਕਹਿੰਦਾ, ਇੰਗਲੈਂਡ ਦਾ ਆਪਣੇ ਰਾਜੇ ਨੂੰ, ਕਿ ਮੈਂ ਚਾਹੁੰਦਾ ਵੀ ਤੁਸੀਂ ਇਹਨਾਂ ਨੂੰ ਇੰਗਲੈਂਡ ਲੈ ਕੇ ਆਓ, ਮਹਾਂਪੁਰਖਾਂ ਨੂੰ। ਮੈਂ ਆਪਣੇ ਪਰਿਵਾਰ ਨੂੰ ਦਰਸ਼ਨ ਕਰਾਉਣੇ ਇਹਨਾਂ ਦੇ। ਕਦੇ ਕੋਈ ਨਹੀਂ ਜੀ, ਲੈ ਆਵਾਂਗੇ। ਜੋ ਰਾਜਾ ਆ ਕੇ ਮਿਲਿਆ ਬਾਅਦ ਦੇ ਵਿੱਚ ਵੀ ਤੁਸੀਂ ਇੰਗਲੈਂਡ ਚੱਲੋ ਜੀ, ਰਾਜਾ ਅਤੇ ਉਹਦਾ ਪਰਿਵਾਰ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਉੱਥੇ। ਉਹ ਕਹਿੰਦੇ ਭਾਈ ਸੁਣ ਮੇਰੀ ਗੱਲ, ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਅਤੇ ਉਹਨੂੰ ਪੰਜਾਬੀ ਨਹੀਂ ਆਉਂਦੀ, ਗੱਲ ਤਾਂ ਕੋਈ ਹੋਣੀ ਨਹੀਂ। ਉਹਨੂੰ ਪੰਜਾਬੀ ਨਹੀਂ ਆਉਂਦੀ ਅਤੇ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ, ਗੱਲਬਾਤ ਤਾਂ ਕੋਈ ਹੋਣੀ ਨਹੀਂ। ਆਹ ਤੂੰ ਤੇਜਾ ਸਿੰਘ ਹੈਗਾ, ਇਹ ਪ੍ਰਿੰਸੀਪਲ ਰਿਹਾ, MA ਹੈ, ਇਹ ਨਾਲੇ ਮਿਲ ਆਵੇਗਾ, ਸਿੱਖ ਧਰਮ ਬਾਰੇ ਗਿਆਨ ਦੇ ਆਵੇਗਾ, ਨਾਲ ਉੱਥੇ ਪ੍ਰਚਾਰ ਕਰਾਵੇਗਾ। ਫਿਰ ਸੰਤ ਤੇਜਾ ਸਿੰਘ ਨੂੰ ਭੇਜਿਆ ਉੱਥੇ। ਸੋ ਇਹ ਬ੍ਰਹਮ ਗਿਆਨੀ ਦੇ ਚਿਹਰੇ ਦਾ ਪ੍ਰਭਾਵ ਹੀ ਇਸ ਤਰ੍ਹਾਂ ਹੁੰਦਾ ਹੈ। ਸੋ ਗੁਰੂ ਮਹਾਰਾਜ ਕਹਿੰਦੇ, ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ। ਗੁਰੂ ਮਹਾਰਾਜ ਕਹਿੰਦੇ ਗਿਆਨੀ ਕਿਹੋ ਜਿਹਾ ਹੁੰਦਾ ਹੈ? ਉੱਤਰ ਦਿੰਦਾ ਫਿਰ, ਆਪ ਪਛਾਣੈ ਬੂਝੈ ਸੋਏ। ਜਿਹਨੂੰ ਆਪਣੇ ਆਪ ਦੀ ਪਹਿਚਾਣ ਹੈ ਕਿ ਮੈਂ ਕੌਣ ਹਾਂ, ਅਤੇ ਜਿਹੜਾ ਸੋਏ ਭਾ ਪਰਮਾਤਮਾ, ਅਤੇ ਜਿਹੜਾ ਪਰਮਾਤਮਾ ਨੂੰ ਵੀ ਜਾਣਦਾ ਹੈ। ਜਿਹੜਾ ਆਪਣੇ ਆਪ ਨੂੰ ਵੀ ਜਾਣਦਾ ਅਤੇ ਪਰਮਾਤਮਾ ਨੂੰ ਵੀ ਜਾਣਦਾ ਹੈ, ਉਹਨੂੰ ਕਹਿੰਦੇ ਗਿਆਨੀ। ਹੋਰ ਉਹ ਕੀ ਕਰਦਾ? ਗੁਰ ਪ੍ਰਸਾਦ ਕਰੇ ਵਿਚਾਰ। ਜਿਹੜਾ ਗਿਆਨੀ ਹੁੰਦਾ, ਗੁਰੂ ਦੀ ਕਿਰਪਾ ਨਾਲ ਉਹ ਨਾਮ ਜਪਦਾ। ਵਿਚਾਰ ਤੁਸੀਂ ਭਾਵ ਸਿਮਰਨ। ਗੁਰੂ ਦੀ ਕਿਰਪਾ ਨਾਲ ਉਹ ਸਿਮਰਨ ਕਰਦਾ ਹੈ। ਸੋ ਗਿਆਨੀ ਦਰਗਾਹ ਪ੍ਰਵਾਨ। ਇਹੋ ਜਿਹਾ ਗਿਆਨੀ ਪਰਮਾਤਮਾ ਦੀ ਦਰਗਾਹ 'ਚ ਪ੍ਰਵਾਨ ਹੋ ਜਾਂਦਾ ਹੈ। ਜਿਹਨੂੰ ਇਹ ਗਿਆਨ ਹੈ ਕਿ ਮੈਂ ਕੌਣ ਹਾਂ, ਜਿਸ ਨੂੰ ਇਹ ਗਿਆਨ ਹੈ ਕਿ ਪਰਮਾਤਮਾ ਕੌਣ ਹੈ, ਅਤੇ ਜਿਹੜਾ ਸਿਮਰਨ ਕਰਦਾ ਹੈ, ਕਹਿੰਦੇ ਉਹ ਪਰਮਾਤਮਾ ਦੀ ਦਰਗਾਹ 'ਚ ਪ੍ਰਵਾਨ ਹੁੰਦਾ ਹੈ। ਸ਼ੇਰੀ ਰਾਗ ਮਹਿਲਾ ਪਹਿਲਾ ਘਰ ਚੌਥਾ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਮੈਂ ਆ ਗਿਆ ਨਾ, ਇਸ ਲਈ ਲਹਾ ਨਹੀਂ ਪੜ੍ਹਨਾ, ਲਹਾਂ। ਮੈਂ ਆ ਜੇ, ਤੂੰ ਆ ਜੇ, ਹੋਂ ਆ ਜੇ। ਅੱਗੇ ਜਿਹੜੀ ਕਿਰਿਆ ਹੁੰਦੀ ਹੈ ਉਹ ਨਕਰੇ ਹੀ ਬੋਲੀ ਜਾਂਦੀ ਹੈ। ਇਸੇ ਕਿਰਿਆ ਹੈ ਲਹਾ, ਇਹਨੂੰ ਨਕਰੇ ਹੀ ਬੋਲਣਾ, ਹੋ ਗਿਆ ਲਹੂੰ। ਜਹ ਜਹ ਦੇਖਾਂ ਤਹ ਤਹ ਤੂੰ ਹੈ। ਹੁਣ ਤੂੰ ਆ ਗਿਆ ਨਾ, ਇਸ ਲਈ ਹੈ ਨਹੀਂ ਹੋਏਗਾ, ਹੈ ਨੂੰ ਨਕਰੇ ਹੀ ਬੋਲਣਾ, ਹੈ। ਜਹ ਜਹ ਦੇਖਾਂ ਤਹ ਤਹ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ। ਇੱਥੇ ਇਸ ਲਾਈਨ 'ਚ ਮੈਂ ਦਾ ਭਾਵ ਹੈ। ਕਈ ਵਾਰੀ ਮੈਂ ਲੱਗਾ ਨਹੀਂ ਹੁੰਦਾ, ਮੈਂ ਦਾ ਭਾਵ ਹੁੰਦਾ। ਜੇ ਮੈਂ ਦਾ ਭਾਵ ਹੈ ਤਾਂ ਵੀ ਅੱਗੇ ਜਿਹੜੀ ਕਿਰਿਆ ਹੈ ਨਕਰੀ ਬੋਲੀ ਜਾਂਦੀ ਹੈ। ਤੁਝ ਤੇ ਨਿਕਸੀ ਫੂਟ ਮਰਾਂ। ਨਾ ਜਾਣਾ ਮਿਓ ਨਾ ਜਾਣਾ ਜਾਲੀ। ਇਹਨੂੰ ਜਾਲੀ ਨਹੀਂ ਪੜ੍ਹਨਾ। ਜਾਲੀ 'ਚ ਹੁੰਦਾ ਸਾੜ ਦਿੱਤੀ, ਜਾਲ ਦਿੱਤੀ। ਜਾਲੀ ਲੱਲੇ ਦੇ ਪੈਰ 'ਚ ਬਿੰਦੀ ਲਾ ਕੇ ਪੜ੍ਹਨਾ, ਜਿਹੜਾ ਮੱਛੀਆਂ ਨੂੰ ਫੜਨ ਲਈ ਜਾਲਾ ਲਾਉਂਦਾ। ਨਾ ਜਾਣਾ ਮਿਓ ਨਾ ਜਾਣਾ ਜਾਲੀ। ਜਾਂ ਦੁੱਖ ਲਾਗੈ ਤਾਂ ਤੁਝੇ ਸੰਭਾਲੀ। ਲੱਲੇ ਨੂੰ ਬਿਹਾਰੀ ਬਿੰਦੀ। ਇਹ 'ਚ ਮੈਂ ਦੀ ਭਾਵਨਾ, ਮੈਂ ਤੈਨੂੰ ਯਾਦ ਕਰਦਾ ਹਾਂ। ਜਾਂ ਦੁੱਖ ਲਾਗੈ ਤਾਂ ਤੁਝੇ ਸੰਭਾਲੀ ਰਹੋ। ਤੂੰ ਭਰਪੂਰ। ਜੇ ਫਾਰਸੀ ਦੀ ਕਿਤੇ ਲਾਈਨ ਹੁੰਦੀ ਫਿਰ ਆਪਾਂ ਪੜ੍ਹਦੇ ਤੂੰ, ਫਿਰ ਪੜ੍ਹਦੇ ਤੂੰ।
ਫਾਰਸੀ 'ਚ ਹੁੰਦਾ ਤੂੰ, ਪੰਜਾਬੀ 'ਚ ਹੁੰਦਾ ਤੂੰ, ਅਰਥ ਇੱਕੋ ਹੀ ਹੈ। ਤੂੰ ਭਰਪੂਰ ਜਾਣਿਆ ਮੈਂ ਦੂਰ, ਜੋ ਕੁਛ ਕਰੀ। ਇੱਥੇ ਮੈਂ ਦੀ ਮੈਂ ਦੂਰ ਹੈ ਨਾ, ਇਸ ਲਈ ਕਰੀ ਨਹੀਂ ਪੜਨਾ, ਕਰੀ। ਜੋ ਕੁਛ ਕਰੀ ਸੋ ਤੇਰਾ ਹਦੂਰ। ਤੂੰ, ਹੁਣ ਤੂੰ ਆ ਗਿਆ, ਦੇਖਿਆ ਨਹੀਂ ਹੋਏਗਾ, ਦੇਖੈਂ ਨਕਰੀ ਬੋਲਣਾ। ਤੂੰ ਦੇਖੈਂ ਹਾਂ ਮੁੱਕਰ ਪਾਉ, ਹੋਂ ਆ ਗਿਆ, ਇਸ ਲਈ ਪਾਉ ਨਹੀਂ ਹੋਏਗਾ, ਪਾਉ। ਤੂੰ ਦੇਖੈਂ ਹਾਂ ਮੁੱਕਰ ਪਾਉ, ਤੇਰਾ ਕੰਮ ਨਾ ਤੇਰਾ ਨਾਏ। ਫਾਰਸੀ ਹੁੰਦੀ ਫਿਰ ਪੜ੍ਹਦੇ ਨਾਏ, ਫਿਰ ਕੀ ਪੜ੍ਹਦੇ ਨਾਏ, ਮੈਨੇ ਨਾਮ। ਇਹ ਹੈ ਹਿੰਦੀ, ਇਸੇ ਪੜ੍ਹਾਂਗੇ ਨਾਏ। ਫਾਰਸੀ ਹੁੰਦਾ ਨਾਏ, ਹਿੰਦੀ 'ਚ ਹੁੰਦਾ ਨਾਏ। ਜੇਤਾ ਦੇ ਤੇਤਾ ਹੋਂ ਖਾਉ। ਇੱਥੇ ਤੂੰ ਦਾ ਭਾਵ ਹੈ ਜਿੰਨਾ ਤੂੰ ਦਿੰਦਾ ਹੈ, ਤੂੰ ਦਿੰਦਾ ਹੈ। ਜੇਤਾ ਦੇ ਤੇਤਾ ਹੋਂ ਖਾਉ, ਬਿਆਦਰ ਨਾਹੀਂ ਕਹਿ ਦਰ ਜਾਉ। ਨਾਨਕ ਏਕ ਕਹੈ ਅਰਦਾਸ, ਜੀਉ ਪਿੰਡ ਸਭ ਤੇਰੇ ਪਾਸ। ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਝ ਮਿਆਨੋ। ਹੁਣ ਧਿਆਨ ਦੇਣਾ, ਇਹ ਮਿਆਨੋ ਨੰਨੇ ਨੂੰ ਹੋੜਾ ਵੀ ਲਾ ਰੱਖਿਆ ਅਤੇ ਨੰਨੇ ਨੂੰ ਔਂਕੜ ਵੀ ਲਾ ਰੱਖਿਆ ਹੈ ਵੀ ਕੀ ਪੜ੍ਹਨਾ ਹੈ। ਇਹ ਤਾਂ ਅਸਲ ਸ਼ਬਦ ਹੈ ਮਿਆਨ ਵਿੱਚ, ਪਰ ਕਵਿਤਾ ਜੋੜ ਰਹੀ ਇਹਨੂੰ ਪੜ੍ਹਨਾ ਮਿਆਨੋ, ਨੰਨੇ ਨੂੰ ਹੋੜਾ। ਇੱਥੇ ਨੰਨੇ ਨੂੰ ਹੋੜਾ ਪੜ੍ਹਨਾ, ਔਂਕੜ ਨਹੀਂ ਪੜ੍ਹਨਾ। ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਝ ਮਿਆਨੋ। ਆਪੇ ਵੇਖੈ ਸੁਣੇ ਆਪੇ ਹੀ, ਕੁਦਰਤ ਕਰੇ ਜਹਾਨੋ। ਜੋ ਤਿਸ ਭਾਵੈ ਨਾਨਕਾ, ਹੁਕਮ ਸੋਈ ਪਰਵਾਨੋ। ਗੁਰੂ ਨਾਨਕ ਦੇਵ ਫਰਮਾਨ ਕਰਦੇ ਨੇ, ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਾਹਾਂ। ਹੈ ਪਰਮਾਤਮਾ ਤੂੰ ਤੇ ਦਰਿਆ ਹੈ, ਪਰ ਬਹੁਤ ਵੱਡਾ ਹੈ। ਦਾਨਾ ਸਿਆਣੇ ਨੂੰ ਕਹਿੰਦੇ, ਤੂੰ ਸਿਆਣਾ ਹੈ। ਬੀਨਾ ਹੁੰਦਾ ਦੇਖਣ ਵਾਲਾ, ਜਿਵੇਂ ਕਹਿੰਦੇ ਦੂਰਬੀਨ, ਦੂਰੋਂ ਦੇਖਣ ਵਾਲੇ। ਖੁਰਦਬੀਨ ਬਰੀਕ ਚੀਜ਼ ਨੂੰ ਦੇਖਣ ਵਾਲੇ। ਬੀਨਾ ਹੁੰਦਾ ਦੇਖਣਾ। ਤੂੰ ਬਹੁਤ ਵੱਡਾ ਦਰਿਆ ਹੈ, ਤੂੰ ਸਿਆਣਾ ਹੈ, ਤੂੰ ਸਭ ਨੂੰ ਦੇਖਣ ਵਾਲਾ ਹੈ। ਮੈਂ ਮਛਲੀ ਕੈਸੇ ਅੰਤ ਲਹਾਂ, ਮੈਂ ਮੱਛੀ ਹਾਂ, ਤੇਰਾ ਅੰਤ ਕਿਵੇਂ ਲੱਭ ਸਕਦੀ ਹਾਂ ਵੀ ਤੂੰ ਕਿੱਥੋਂ ਤੱਕ ਹੈ। ਮੱਛੀ ਦਰਿਆ ਦੇ ਮੁਕਾਬਲੇ ਬਹੁਤ ਛੋਟੀ ਹੈ। ਅਸੀਂ ਪਰਮਾਤਮਾ ਦੇ ਮੁਕਾਬਲੇ ਬਹੁਤ ਛੋਟੇ ਹਾਂ, ਇਸ ਲਈ ਪਰਮਾਤਮਾ ਦਾ ਅਸੀਂ ਅੰਤ ਨਹੀਂ ਲੱਭ ਸਕਦੇ ਵੀ ਇੱਥੇ ਜਾ ਕੇ ਪਰਮਾਤਮਾ ਖਤਮ ਹੋ ਜਾਂਦਾ ਹੈ। ਇਸ ਲਈ ਕਹਿੰਦੇ ਮੈਂ ਮੱਛੀ ਹਾਂ, ਮੈਂ ਤੇਰਾ ਅੰਤ ਕਿਵੇਂ ਪਾ ਸਕਦੀ ਹਾਂ। ਜਹ ਜਹ ਦੇਖਾਂ ਤਹ ਤਹ ਤੂੰ ਹੈ, ਮੈਂ ਜਿੱਧਰ ਜਿੱਧਰ ਵੇਖਦੀ ਹਾਂ ਉੱਧਰ ਉੱਧਰ ਤੂੰ ਹੀ ਤੂੰ। ਤੋਈ ਤੇ ਨਿਕਸੀ ਫੂਟ ਮਰ, ਤੇਰੇ ਤੋਂ ਬਾਹਰ ਨਿਕਲ ਕੇ ਮੈਂ ਤੜਫ ਤੜਫ ਕੇ ਮਰ ਜਾਵਾਂਗੀ, ਕਿਉਂਕਿ ਮੱਛੀ ਦਾ ਜੀਵਨ ਪਾਣੀ ਹੈ। ਜਿਵੇਂ ਸਾਡਾ ਜੀਵਨ ਹਵਾ ਹੈ, ਹਵਾ ਨਾ ਮਿਲੇ ਮਰ ਜਾਵਾਂਗੇ। ਦੂਜਾ ਸਾਡਾ ਭੋਜਨ ਹੈ, ਹਵਾ ਨਾ ਮਿਲੇ ਤਾਂ 1-2 ਮਿੰਟਾਂ ਬਾਅਦ ਹੀ ਅਸੀਂ ਮਰ ਸਕਦੇ ਹਾਂ। ਭੋਜਨ ਨਾ ਮਿਲੇ ਸ਼ਾਇਦ 50-60 ਦਿਨ ਕੱਟ ਜਾਈਏ, ਪਰ ਫਿਰ ਵੀ ਮਰ ਜਾਵਾਂਗੇ। ਅਤੇ ਮੱਛੀ ਦਾ ਜਿਹੜਾ ਹੈ ਪਾਣੀ ਹੈ ਆਧਾਰ, ਉਹ ਪਾਣੀ ਤੋਂ ਬਿਨਾਂ ਮੱਛੀ ਨੂੰ ਮਾਰਨ ਦੀ ਲੋੜ ਨਹੀਂ, ਉਹਨੂੰ ਪਾਣੀ 'ਚੋਂ ਕੱਢ ਕੇ ਸੁੱਕੇ ਥਾਂ 'ਤੇ ਰੱਖ ਦਿਉ, ਉਹ ਕੁਝ ਮਿੰਟਾਂ ਬਾਅਦ ਆਪੇ ਤੜਫ ਤੜਫ ਕੇ ਮਰ ਜਾਵੇਗੀ। ਇਸ ਲਈ ਮੱਛੀ ਮਰ ਕੇ ਵੀ ਪਾਣੀ ਨੂੰ ਨਹੀਂ ਭੁੱਲਦੀ। ਜਿਹੜੇ ਲੋਕ ਮੱਛੀ ਦਾ ਮਾਸ ਖਾਂਦੇ ਨੇ ਉਹਨਾਂ ਰਾਤ ਨੂੰ ਜ਼ਰੂਰ ਪਿਆਸ ਲੱਗਦੀ ਹੈ, ਪਿਆਸ ਲੱਗਦੀ,
ਕਿਉਂ? ਉਹ ਸਾਰੀ ਉਮਰ ਪਾਣੀ 'ਚ ਰਹੀ, ਉਹ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੇ। ਬੰਦਾ ਫਿਰ ਮੱਛੀ ਖਾਂਦਾ, ਪੀ ਬਈ ਪਾਣੀ, ਹੁਣ ਪੀ ਪਾਣੀ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਨਾ ਜਾਣਾ ਮੇਓ। ਮੇਓ ਦਾ ਮਛੇਰਾ, ਮੱਛੀਆਂ ਫੜਨ ਵਾਲਾ ਮਾਛੀ। ਪਾਕਿਸਤਾਨ 'ਚ ਮਾਛੀ ਕਹਿੰਦੇ ਸਨ, ਇੱਧਰ ਮਛੇਰਾ ਕਹਿੰਦੇ ਸੀ। ਨਾ ਜਾਣਾ ਮੇਓ ਨਾ ਜਾਣਾ ਜਾਲੀ। ਮੈਂ ਕਿਸੇ ਮਛੇਰੇ ਨੂੰ ਨਹੀਂ ਜਾਣਦੀ, ਨਾ ਮੈਂ ਜਾਲ ਨੂੰ ਜਾਣਦੀ ਹਾਂ। ਜਾਂ ਦੁੱਖ ਲੱਗੇ ਤਾਂ ਤੁਝੇ ਸੰਭਾਲੀ। ਮੈਨੂੰ ਤਾਂ ਜਦੋਂ ਦੁੱਖ ਲੱਗਦਾ ਮੈਂ ਤੈਨੂੰ ਯਾਦ ਕਰਦੀ ਹਾਂ। ਸੰਭਾਲੀ, ਯਾਦ ਕਰਨਾ। ਮੈਨੂੰ ਜਦੋਂ ਦੁੱਖ ਲੱਗਦਾ ਮੈਂ ਤੈਨੂੰ ਯਾਦ ਕਰਦੀ ਹਾਂ। ਤੂੰ ਭਰਪੂਰ ਜਾਣਿਆ ਮੈਂ ਦੂਰ। ਹੇ ਪਰਮਾਤਮਾ, ਭਰਪੂਰ ਦਾ ਪਰਿਪੂਰਨ, ਜਿਹੜਾ ਸਾਰੇ ਥਾਵਾਂ 'ਤੇ ਹੋਵੇ, ਜਿਹੜਾ ਸਾਰਿਆਂ ਦੇ ਵਿੱਚ ਵਸਦਾ ਹੋਵੇ, ਉਹਨੂੰ ਕਹਿੰਦੇ ਨੇ ਭਰਪੂਰ। ਤੂੰ ਭਰਪੂਰ ਜਾਣਿਆ ਮੈਂ ਦੂਰ। ਤੂੰ ਤਾਂ ਸਾਰਿਆਂ ਦੇ ਵਿੱਚ ਵਸਦਾ ਹੈ, ਪਰ ਮੈਂ ਤੈਨੂੰ ਦੂਰ ਸਮਝਿਆ ਹੋਇਆ ਹੈ। ਮੈਂ ਤੈਨੂੰ ਦੂਰ ਸਮਝਿਆ। ਜੋ ਕੁਛ ਕਰੀ ਸੋ ਤੇਰੇ ਹਜ਼ੂਰ। ਪਰ ਮੈਂ ਜੋ ਕੁਝ ਵੀ ਕਰਦੀ ਹਾਂ ਜਾਂ ਬੰਦੇ ਲਕੇ ਕਰਦਾ ਹਾਂ, ਉਹ ਸਭ ਤੇਰੀ ਹਾਜ਼ਰੀ ਵਿੱਚ ਹੈ, ਕਿਉਂਕਿ ਤੂੰ ਤਾਂ ਹਾਜ਼ਰ ਨਾਜ਼ਰ ਹੈ। ਇਸ ਲਈ ਤੇਰੇ ਤੋਂ ਕੋਈ ਲੁਕਾ ਨਹੀਂ ਹੋ ਸਕਦਾ। ਕਹਿੰਦੇ ਮੈਂ ਤੈਨੂੰ ਦੂਰ ਸਮਝ ਰਹੀ ਹਾਂ। ਜਦੋਂ ਮਨੁੱਖ ਪਰਮਾਤਮਾ ਜਾਂ ਗੁਰੂ ਨੂੰ ਦੂਰ ਸਮਝਦਾ ਹੈ, ਉਹਦੇ ਗਲਤ ਸੋਚਦਾ ਅਤੇ ਗਲਤ ਕਰਦਾ ਹੈ। ਹਾਲਾਂਕਿ ਗੁਰੂ ਮਹਾਰਾਜ ਵੀ ਆਪਣੇ ਸਿੱਖ ਦੇ ਨਾਲ ਨੇ ਅਤੇ ਪਰਮਾਤਮਾ ਤੇ ਹਰ ਇੱਕ ਇਨਸਾਨ ਦੇ ਨਾਲ ਹੈ, ਚਾਹੇ ਆਸਤਕ ਹੈ ਚਾਹੇ ਉਹ ਨਾਸਤਕ ਹੈ। ਪਰਮਾਤਮਾ ਤੇ ਹਰ ਵਕਤ ਸਾਡੇ ਅੰਦਰ ਹੈ, ਸਾਡੇ ਨਾਲ ਹੈ। ਇਸ ਲਈ ਉਹ ਤਾਂ ਸਾਨੂੰ ਵੇਖ ਹੀ ਰਿਹਾ, ਅਤੇ ਸਾਡੇ ਕਰਮਾਂ ਦਾ ਫਲ ਵੀ ਉਸੇ ਨਹੀਂ ਦੇਣਾ, ਉਸੇ ਨਹੀਂ ਦੇਣਾ। ਇਸ ਲਈ ਉਸ ਤੋਂ ਤਾਂ ਕੁਝ ਛੁਪਾਇਆ ਨਹੀਂ ਜਾ ਸਕਦਾ। ਪਰ ਸਾਡੀ ਆਦਤ ਹੈ, ਜਦੋਂ ਅਸੀਂ ਕੋਈ ਮਾੜਾ ਕੰਮ ਕਰਦੇ, ਅੱਗੋਂ ਦੇਖੇ ਪਿੱਛੋਂ ਦੇਖੇ, ਹੱਟ ਪਟਨ ਬਿਜ ਮੰਦਰ ਭੰਨੈ, ਕਰ ਚੋਰੀ ਘਰ ਆਵੇ। ਅੱਗੋਂ ਦੇਖੇ ਪਿੱਛੋਂ ਦੇਖੇ, ਤੁਝ ਤੇ ਕਹਾਂ ਛੁਪਾਵੇ। ਪਰ ਇਹ ਤਾਂ ਗੁਰਬਾਣੀ ਦੀਆਂ ਗੱਲਾਂ ਨੇ। ਮੰਨਦਾ ਕੋਈ ਨਹੀਂ ਹੈਗਾ, ਨਾ ਕਿਸੇ ਨੂੰ ਵਿਸ਼ਵਾਸ ਹੈ। ਇਹ ਤਾਂ ਗੁਰਬਾਣੀ ਦੀਆਂ ਗੱਲਾਂ ਨੇ, ਔਰ ਕਹਿੰਦੇ ਤਾਂ ਬਾਣੀ ਦੀਆਂ ਗੱਲਾਂ ਨੇ ਜੀ। ਗੱਲ ਤਾਂ ਸੱਚ ਹੈ। ਜੇ ਤਾਂ ਬੰਦਿਆਂ ਨੇ ਸਾਡੀ ਕਿਸਮਤ ਲਿਖਣੀ ਹੁੰਦੀ, ਸਾਡੇ ਕਰਮ ਲਿਖਣੇ ਹੁੰਦੇ, ਫਿਰ ਠੀਕ ਹੈ, ਬੰਦਿਆਂ ਤੋਂ ਛੁਪਾ ਲਓ ਜੀ। ਹੁਣ ਪ੍ਰੋਬਲਮ ਤਾਂ ਹੈ ਸਾਡੀ ਕਿਸਮਤ ਲਿਖਣੀ ਪਰਮਾਤਮਾ ਨੇ, ਅਤੇ ਪਰਮਾਤਮਾ ਸਾਡੇ ਹਰ ਇੱਕ ਕਰਮ ਨੂੰ ਅੰਦਰ ਬੈਠਾ ਵੇਖ ਰਿਹਾ ਹੈ। ਇਸ ਲਈ ਉਸ ਤੋਂ ਅਸੀਂ ਲੁਕਾ ਹੀ ਨਹੀਂ ਕੋਈ ਸਕਦੇ। ਅਗਰ ਜਿਹਦੀ ਬੜੀ ਗੁੱਡ ਲੱਕ ਹੋਵੇ, ਜਿਹਨੇ ਕੋਈ ਵਾਕਈ ਬ੍ਰਹਮ ਗਿਆਨੀ ਬਣਨਾ ਹੋਵੇ, ਉਹਨੂੰ ਹਮੇਸ਼ਾ ਹੀ ਯਾਦ ਰਹਿੰਦਾ ਕਿ ਪਰਮਾਤਮਾ ਮੇਰੇ ਨਾਲ ਹੈ ਅਤੇ ਮੈਨੂੰ ਵੇਖ ਰਿਹਾ ਹੈ। ਇਸ ਲਈ ਫਿਰ ਗਲਤ ਕੰਮ ਹੀ ਕੋਈ ਨਹੀਂ ਕਰਦਾ। ਨਾ ਉਹ ਗਲਤ ਕੰਮ ਕਰੇ, ਨਾ ਉਹਦਾ ਮਨ ਮੈਲਾ ਹੋਵੇ। ਮਨ ਸਾਫ਼ ਹੈ, ਭਜਨ ਬੰਦਗੀ ਕਰਦਾ ਰਹਿੰਦਾ, ਇੱਕ ਦਿਨ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ। ਉਹਨਾਂ ਨੂੰ ਤਾਂ ਹੁੰਦੀ। ਫਿਰ ਜਿਨ੍ਹਾਂ ਨੇ ਪਰਮਾਤਮਾ ਦੀ ਪ੍ਰਾਪਤੀ ਨੇ ਨਾ, ਪਰਮਾਤਮਾ ਨੂੰ ਛੋਟੀ ਉਮਰ 'ਚ ਹੀ ਲਾ ਦਿੰਦੇ ਇਸ ਪਾਸੇ, ਤਾਂ ਜੋ ਵਿਗੜੇ ਹੀ ਨਾ। ਜਦੋਂ ਉਹਨੂੰ ਵਿਗੜਨ ਦੀ ਉਮਰ 'ਚ ਪਹੁੰਚੇ, ਉਹਨੇ ਚਿਰ ਤਾਂ ਪ੍ਰਾਪਤੀ ਕਰ ਲਿਆ। ਉਹ ਛੋਟੀ ਉਮਰ 'ਚ ਹੀ ਲੱਗ ਜਾਂਦੇ ਨੇ। ਜਿਨ੍ਹਾਂ ਨੇ ਪ੍ਰਾਪਤੀ ਕਰਨੀ ਪਰਮਾਤਮਾ ਦੀ ਇਸੇ ਜਨਮ 'ਚ, ਉਹ ਤਾਂ ਛੋਟੀ ਉਮਰ 'ਚ ਇਸ ਪਾਸੇ ਲੱਗ ਜਾਂਦੇ ਨੇ। ਸੋ ਗੁਰੂ ਮਹਾਰਾਜ ਕਹਿੰਦੇ ਜੋ ਕੁਛ ਕਰੀ ਸੋ ਤੇਰੇ ਹਜ਼ੂਰ। ਮੈਂ ਜੋ ਕੁਛ ਵੀ ਕਰਦਾ ਅਸਲ 'ਚ ਤੇਰੀ ਹਾਜ਼ਰੀ ਵਿੱਚ ਹੈ। ਤੂੰ ਦੇਖੇ ਹਾਂ ਮੁਕਰ ਪਾਉ।
ਤੂੰ ਤੇ ਮੇਰੇ ਕਰਮਾਂ ਨੂੰ ਵੇਖ ਰਿਹਾ, ਪਰ ਮੈਂ ਮੁੱਕਰ ਜਾਣਾ। ਨਾ ਜੀ, ਮੈਂ ਤਾਂ ਨਹੀਂ ਕੀਤਾ, ਮੈਂ ਤਾਂ ਨਹੀਂ ਕੀਤਾ। ਉਹ ਤਾਂ ਵੇਖ ਰਿਹਾ, ਅਸੀਂ ਮੁੱਕਰ ਜਾ। ਨਾ ਜੀ, ਮੈਂ ਤਾਂ ਨਹੀਂ ਕੀਤਾ। ਕੀਤਾ ਤਾਂ ਹੁੰਦਾ, ਪਰ ਸਾਡਾ ਸੁਭਾਅ ਹੈ ਮੁੱਕਰਨ ਦਾ। ਜੇ ਕਿਤੇ ਬੰਦਾ ਸੱਚ ਬੋਲੇ, ਪਹਿਲੀ ਤਰੀਕ 'ਚ ਹੀ ਮੁਕੱਦਮੇ ਦਾ ਫੈਸਲਾ ਹੋ ਸਕਦਾ। ਹਾਂ, ਜੈਵੜ ਸਿੰਘ ਤੁਸੀਂ ਕਤਲ ਕੀਤਾ? ਹਾਂ ਕੀਤਾ ਜੀ। ਕਿਉਂ ਕੀਤਾ? ਇੱਥੋਂ ਅੱਗੇ ਗੱਲ ਚੱਲੇਗੀ। ਟਾਈਮ ਸਿਰ ਇੱਥੇ ਲੱਗਣਾ। ਕਿਉਂ ਕੀਤਾ? ਵੀ ਇਹਨੇ ਮੈਨੂੰ ਇਹ ਕਿਹਾ ਜੀ, ਐਂ ਕੀਤਾ, ਮੈਂ ਤੁਹਾਨੂੰ ਮਾਰਿਆ। ਉਹ ਕਿ ਮੈਂ ਨਹੀਂ ਇਹ ਕੀਤਾ। ਇੱਕ ਝੂਠ ਬੋਲੇ, ਇੱਕ ਸੱਚ ਬੋਲੇ, ਇਸ ਲਈ ਟਾਈਮ ਲੱਗ ਜਾਂਦਾ। ਜੇ ਦੋਨੋਂ ਹੀ ਸੱਚ ਬੋਲਣ, 5 ਮਿੰਟਾਂ 'ਚ ਫੈਸਲਾ, ਜੱਜ ਵਿਹਲੇ ਦੇ ਵਿਹਲੇ। ਸੱਚੇ ਨੂੰ ਵੀ ਵਕੀਲ ਕਰਨਾ ਪੈਂਦਾ, ਕਿਉਂਕਿ ਝੂਠੇ ਦਾ ਵਕੀਲ ਸੱਚੇ ਨੂੰ ਗੱਲਾਂ 'ਚ ਉਲਝਾ ਲੈਂਦਾ। ਹੁਣ ਇਹ ਜੱਟ ਨੇ ਇਹ ਕਾਨੂੰਨਾਂ ਨੂੰ ਜਾਣਦੇ ਨੇ, ਹਾਲਾਂਕਿ ਚੰਗੀ ਤਰ੍ਹਾਂ। ਇਹਨਾਂ ਨੂੰ ਕਾਨੂੰਨਾਂ ਦਾ ਪਤਾ ਹੈ, ਸਟੱਡੀ ਕੀਤੀ ਇਹਨੇ ਬੜੀ। ਫਿਰ ਵੀ ਇਹਨਾਂ ਨੂੰ ਵਕੀਲ ਕਰਨਾ ਪਿਆ ਕਿ ਦੂਜਾ ਵਕੀਲ ਕਿਤੇ ਐਵੇਂ ਨਾ ਉਲਝਾ ਲਵੇ। ਕਿਉਂ? ਉਹਨੂੰ ਰੋਜ਼ ਦਾ ਕੰਮ ਹੁੰਦਾ ਵੀ ਦੂਜੀ ਪਾਰਟੀ ਉਲਝਾ ਲਓ ਜੀ ਗੱਲਾਂ 'ਚ। ਇਸ ਲਈ ਇਹਨਾਂ ਵੀ 3 ਵਕੀਲ ਕੀਤੇ ਹੋਏ ਨੇ। ਫਿਰ ਵਕੀਲ ਆਪਸ 'ਚ ਬਹਿਸਾਂ ਕਰਦੇ ਰਹਿੰਦੇ, ਕਿਉਂਕਿ ਇੱਕ ਜ਼ਰੂਰ ਦੋਨਾਂ 'ਚ ਝੂਠਾ ਆਉਂਦਾ। ਇਸ ਕਰਕੇ ਇੰਨਾ ਸਮਾਂ ਲੱਗ ਜਾਂਦਾ ਮੁਕੱਦਮੇ ਨੂੰ। ਖੈਰ, ਤੂੰ ਦੇਖੇ ਹਾਂ ਮੁੱਕਰ ਪਾਉ। ਹੇ ਪਰਮਾ, ਤੂੰ ਤਾਂ ਵੇਖ ਰਿਹਾ, ਮੈਂ ਮੁੱਕਰ ਜਾਣਾ। ਨਾ ਜੀ, ਮੈਂ ਤਾਂ ਨਹੀਂ ਕੀਤਾ ਜੀ। ਤੇਰਾ ਕੰਮ ਨਾ ਤੇਰਾ ਨਾ। ਇਹ ਜਿਹੜਾ ਨੰਨਾ ਤੇ ਨਾ, ਇਹ ਦਿਲੀ ਦੀਪਕ ਹੈ। ਨਾ ਤੇਰਾ ਕੰਮ, ਨਾ ਤੇਰਾ ਨਾ। ਨਾ ਮੈਂ ਤੇਰੇ ਕਹੇ ਅਨੁਸਾਰ ਕੋਈ ਕੰਮ ਕਰਦਾ, ਨਾ ਹੀ ਮੈਂ ਤੇਰਾ ਨਾਮ ਜਪਦਾ। ਨਾ ਤਾਂ ਮੈਂ ਤੇਰੇ ਕਹੇ ਅਨੁਸਾਰ ਕੋਈ ਕੰਮ ਕਰਦਾ, ਨਾ ਹੀ ਮੈਂ ਤੇਰਾ ਨਾਮ ਜਪਦਾ। ਜੇਤਾ ਦੇ ਤੇਤਾ ਹਾਂ ਖਾਂ। ਹੇ ਪ੍ਰਮਾਤਮਾ, ਜੋ ਤੂੰ ਦਿੰਦਾ ਹੈ ਮੈਂ ਤਾਂ ਉਹੀ ਖਾਂਦਾ ਹਾਂ। ਵਿਆਹ ਦਰ ਨਾਹੀਂ ਕਹਿ ਦਰ ਜਾਉ। ਵਿਆਹ ਮੈਨੇ ਦੂਜਾ। ਤੇਰੇ ਤੋਂ ਬਿਨਾਂ ਮੇਰਾ ਕੋਈ ਦੂਜਾ ਦਰ ਹੀ ਨਹੀਂ ਹੈ, ਇਸ ਲਈ ਦੂਜੇ ਦਰ 'ਤੇ ਕਿੱਥੇ ਜਾਵਾਂ ਮੈਂ? ਕਹਿ ਮੈਨੇ ਕਿਸ ਦਰ 'ਤੇ ਜਾਵਾਂ? ਹੋ ਮੇਰੇ ਲਈ ਹੋਰ, ਤੇਰੇ ਦਰ ਤੋਂ ਬਿਨਾਂ ਮੇਰੇ ਲਈ ਹੋਰ ਦਰ ਹੀ ਕੋਈ ਨਹੀਂ, ਇਸ ਲਈ ਹੋਰ ਮੈਂ ਕਿਹਦੇ ਦਰ 'ਤੇ ਜਾਵਾਂ? ਨਾਨਕ ਏਕ ਕਹੈ ਅਰਦਾਸ। ਨਾਨਕ ਤੇ ਇੱਕੋ ਅਰਦਾਸ ਕਰਦਾ, ਜੀਓ ਪਿੰਡ ਸਭ ਤੇਰੇ ਪਾਸ। ਇਹ ਪਰਮਾਤਮਾ, ਮੇਰੀ ਜਿੰਦ, ਪਿੰਡ ਮੇਰਾ ਸਰੀਰ ਸਭ ਤੇਰੇ ਪਾਸ, ਤੇਰੇ ਕੋਲ ਹੈ। ਇਹ ਤੇਰੇ ਹੀ ਹੈ। ਕਹਿੰਦੇ ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਝ ਮਿਆਨ ਵਿੱਚ ਵਿਚਾਲੇ, ਵਿਚਕਾਰ। ਪਰਮਾਤਮਾ ਆਪ ਹੀ ਨੇੜੇ ਹੈ, ਆਪ ਹੀ ਦੂਰ ਹੈ, ਆਪ ਹੀ ਵਿੱਚ ਵਿਚਾਲੇ ਹੈ। ਭਾਵ ਸਭ ਥਾਂ 'ਤੇ ਹੈ। ਨੇੜੇ ਵੀ ਹੋ, ਦੂਰ ਵੀ ਹੋ, ਵਿਚਾਲੇ ਵੀ ਹੋ। ਆਪੇ ਵੇਖੈ ਸੁਣੇ ਆਪੇ ਹੀ। ਉਹ ਆਪ ਹੀ ਜੀਵਾਂ ਨੂੰ ਵੇਖਦਾ, ਆਪ ਹੀ ਉਹਨਾਂ ਦੀਆਂ ਬੇਨਤੀਆਂ ਸੁਣਦਾ ਹੈ। ਕੁਦਰਤ ਕਰੇ ਜਹਾਨੋਂ, ਅਤੇ ਆਪਣੀ ਸ਼ਕਤੀ ਨਾਲ ਇਸ ਸੰਸਾਰ ਨੂੰ ਬਣਾਉਂਦਾ ਹੈ, ਇਸ ਜਹਾਨ ਨੂੰ ਬਣਾਉਂਦਾ ਹੈ। ਜਹਾਨ ਫਾਰਸੀ ਦਾ ਸ਼ਬਦ ਹੈ, ਉਹਦਾ ਛੋਟਾ ਹੈ ਜਹਾਂ। ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ। ਜਹਾਨ ਨੂੰ ਛੋਟਾ ਬਣਾਉਂਦੇ ਜਹਾਂ, ਤੇ ਜਹਾ ਇਹਨੂੰ ਕਰਨਾ ਬਿੰਦੀ। ਕੁਦਰਤ ਕਰੇ ਜਹਾਨੋਂ, ਆਪਣੀ ਸ਼ਕਤੀ ਦੇ ਨਾਲ ਇਹ ਜਹਾਨ ਨੂੰ ਬਣਾਉਂਦਾ, ਸੰਸਾਰ ਨੂੰ ਬਣਾਉਂਦਾ। ਜੋ ਤਿਸ ਭਾਵੈ ਨਾਨਕਾ, ਹੁਕਮ ਸੋਈ ਪਰਵਾਨ। ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਹਦਾ ਹੁਕਮ ਹੀ ਸਾਨੂੰ ਪ੍ਰਵਾਨ ਕਰਨਾ ਪੈਂਦਾ। ਉਹਨੇ ਆਪਣੀ ਮਰਜ਼ੀ ਕਰਨੀ ਹੈ, ਸਾਡੇ ਅਨੁਸਾਰ ਉਹਨੇ ਨਹੀਂ ਚੱਲਣਾ। ਜੋ ਉਹਨੂੰ ਚੰਗਾ ਲੱਗਦਾ ਉਹੀ ਉਹਨੇ ਹੁਕਮ ਕਰਨਾ ਹੈ, ਉਹੀ ਸਾਨੂੰ ਪ੍ਰਵਾਨ ਕਰਨਾ ਪੈਣਾ ਹੈ। ਸ਼੍ਰੀ ਰਾਗ ਮਹਿਲਾ ਪਹਿਲਾ ਘਰ ਚੌਥਾ। ਕੀਤਾ ਕਹਾ ਕਰੇ ਮਨ ਮਾਨ।
ਇਹ ਕਹਾਂ ਨਹੀਂ ਪੜ੍ਹਨਾ। ਕਹਾਂ ਆਉਂਦਾ ਕਿੱਥੇ? ਕਹਾ ਮੈਨੇ ਕੀ। ਕਹਾਂ ਦੇ ਦੋ ਅਰਥ ਹੁੰਦੇ ਨੇ। ਆਪ ਕਹਾਂ ਜਾ ਰਹੇ ਹੈ, ਆਪ ਕਹਾਂ ਸੇ ਆ ਰਹੇ ਹੈ, ਕਿੱਥੋਂ ਕਿੱਥੇ। ਦੂਜਾ ਕਹਾਂ ਹੈ ਆਖਾਂ, ਕੁਦਰਤ ਕਵਨ ਕਹਾਂ ਵਿਚਾਰ। ਮੇਰੀ ਕੀ ਸ਼ਕਤੀ ਹੈ ਕਿ ਮੈਂ ਤੇਰੇ ਬਾਰੇ ਕੋਈ ਵਿਚਾਰ ਕਰ ਸਕਾਂ, ਕਿ ਤੇਰੇ ਵਿਚਾਰ ਕੋਈ ਆਖ ਸਕਾਂ। ਕਹਾ ਦਾ ਮਤਲਬ ਕੀ, ਕਿਉਂ, ਕਿਵੇਂ। ਕਿਹਾ, ਕਹਾ ਦੇ ਇੱਕ ਤਾਂ ਸਿੱਧੇ ਅਰਥ ਹੈ ਕਿਹਾ, ਉਸਨੇ ਕਹਾ, ਉਸਨੇ ਕਿਹਾ। ਦੂਜਾ ਅਰਥ ਹੈ ਕੀ, ਕਿਉਂ, ਕਿਵੇਂ। ਇਸ ਲਈ ਕਹਿੰਦੇ ਕੀਤਾ ਕਹਾ ਕਰੇ ਮਨ ਮਾਨ, ਦੇਵਨ ਹਾਰੇ ਕੈ ਹੱਥ ਦਾਨ। ਭਾਵੈ ਦੇ ਨ ਦੇਈ ਸੋਏ, ਭਾਵੇਂ ਭਾਵੇਂ ਦੇ ਨ ਦੇਈ ਸੋਏ। ਕੀਤੇ ਕੈ ਕਹੈ ਕਿਆ ਹੋਏ, ਆਪੇ ਸੱਚ ਭਾਵੈ ਤਿਸ ਸੱਚ। ਪਹਿਲਾ ਸੀ ਭਾਵੇਂ, ਭਾਵੇਂ ਦੇ ਨ ਦੇਈ ਸੋਏ, ਭਾਵੇਂ ਉਹ ਦੇਵੇ ਭਾਵੇਂ ਨਾ ਦੇਵੇ। ਦੂਜਾ ਇੱਥੇ ਹੈ ਭਾਵੈ, ਆਪੇ ਸੱਚ ਭਾਵੈ ਤਿਸ ਸੱਚ। ਉਸ ਸੱਚੇ ਨੂੰ ਸੱਚ ਹੀ ਚੰਗਾ ਲੱਗਦਾ ਹੈ। ਇੱਥੇ ਭਾਵੈ ਹੈ, ਪਹਿਲਾ ਭਾਵੇਂ ਹੈ, ਇੱਥੇ ਭਾਵੈ ਹੈ, ਖਿਆਲ ਰੱਖਣਾ। ਆਪੇ ਸੱਚ ਭਾਵੈ ਤਿਸ ਸੱਚ। ਅੰਧਾ ਕੱਚਾ ਕੱਚ ਨਿਕੱਚ, ਇਹਨੂੰ ਨਿਕ 'ਚ ਨਹੀਂ ਪੜ੍ਹ ਦੇਣਾ, ਨਿਕੱਚ। ਕੱਚ ਨਿਕੱਚ ਪੂਰੀ ਤਰ੍ਹਾਂ ਕੱਚਾ। ਜਾ ਕੇ ਰੁੱਖ ਬਿਰਖ ਆਰਾਓ, ਆਰਾਓ ਸੁੰਦਰਤਾ ਨੂੰ ਕਹਿੰਦੇ ਨੇ। ਜਾ ਕੇ ਰੁੱਖ ਬਿਰਖ ਆਰਾਓ, ਜੇਹੀ ਧਾਤ ਤਿਹਾ ਤਿਨ ਨਾਉ। ਫਾਰਸੀ 'ਚ ਕਹਿੰਦੇ ਨੇ ਨਾਉ, ਪੰਜਾਬੀ ਹਿੰਦੀ ਕਹਿੰਦੇ ਨੇ ਨਾਉ। ਜੇ ਪੰਜਾਬੀ 'ਚ ਆਪਾਂ ਕਹਿੰਦੇ ਮਾਂ, ਫਾਰਸੀ ਕਹਿੰਦੇ ਮਾਏ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਮਾਏ ਫਾਰਸੀ ਦਾ ਸ਼ਬਦ ਹੈ, ਪੰਜਾਬੀ ਦਾ ਨਹੀਂ ਹੈ। ਨਾ ਗਿਆਨ ਹੋਣ ਕਰਕੇ ਬਹੁਤੇ ਤਾਂ ਮੈਂ ਸੁਣਿਆ ਆਨੰਦ ਪਿਆ ਮੇਰੀ ਮਾਏ, ਐਂ ਪੜ੍ਹਦੇ, ਇਹ ਮੇਰੀ ਮਾਂ, ਉਹ ਐਂ ਸਮਝਦੇ ਨੇ। ਮਾਏ ਫਾਰਸੀ ਦਾ ਸ਼ਬਦ ਹੈ ਜਿਹਦਾ ਅਰਥ ਹੈ ਮਾਂ। ਮੈਨੂੰ ਮਾਏ ਨਹੀਂ ਪੜ੍ਹਨਾ, ਖਿਆਲ ਰੱਖਣਾ ਗਾ। ਜੇਹੀ ਧਾਤ ਤਿਹਾ ਤਿਨ ਨਾਉ। ਜੇ ਕਿਸੇ ਨੂੰ ਨਾਉ ਪੜ੍ਹਦਾ ਤਾਂ ਵੀ ਠੀਕ ਹੈ, ਉਹ ਜ਼ਿਆਦਾ ਸਗੋਂ ਜੱਚ ਜਾਏਗਾ। ਜਾ ਕੇ ਰੁੱਖ ਬਿਰਖ ਆਰਾਓ, ਜੇਹੀ ਧਾਤ ਤਿਹਾ ਤਿਨ ਨਾਉ। ਫੁੱਲ ਭਾਉ ਫਲ ਲਿਖਿਆ ਪਾਏ, ਆਪ ਬੀਜ ਆਪੇ ਹੀ ਖਾਏ। ਕੱਚੀ ਕੰਧ ਕੱਚਾ ਵਿੱਚ ਰਾਜ, ਮਤ ਅਲੂਣੀ ਫਿੱਕਾ ਸਾਧ। ਨਾਨਕ ਆਣੇ ਆਵੈ ਰਾਸ, ਵਿਨ ਨਾਵੇਂ ਨਾਹੀ ਸ਼ਾਬਾਸ਼। ਕੀਤਾ ਕਹਾ ਕਰੇ ਮਨ ਮੈਂ, ਕੀਤਾ ਬਣਾਇਆ ਹੋਇਆ, ਭਾਵੇਂ ਜੀਵ। ਸਾਨੂੰ ਪਰਮਾਤਮਾ ਨੇ ਬਣਾਇਆ ਹੈ, ਅਸੀਂ ਉਹਦੇ ਬਣਾਏ ਹੋਏ ਹਾਂ, ਉਹਦੇ ਪੈਦਾ ਕੀਤੇ ਹੋਏ ਹਾਂ। ਸੋ ਜਿਹੜਾ ਜੀਵ ਹੈ, ਕਹਾ ਕਰੇ ਮਨ, ਮਨ 'ਚ ਕਾਹਦਾ ਹੰਕਾਰ ਕਰਦਾ ਵੀ ਵੀ ਤੂੰ ਤੇ ਆਪਣੇ ਆਪ ਹੈ ਹੀ ਨਹੀਂ, ਤੈਨੂੰ ਤੇ ਪਰਮਾਤਮਾ ਨੇ ਬਣਾਇਆ ਹੈ, ਤੂੰ ਕਾਹਦਾ ਮਨ ਕਰਦਾ। ਦੇਵਨ ਹਾਰੇ ਕੈ ਹੱਥ ਦਾਨ, ਦਾਨ ਮੈਨੇ ਦਾਤ। ਜੋ ਤੇਰੇ ਕੋਲ ਦਾਤ ਹੈ ਨਾ, ਇਹ ਤਾਂ ਉਸ ਦੇਣ ਵਾਲੇ ਦੇ ਹੱਥ 'ਚ ਹੈ। ਜਦੋਂ ਮਰਜ਼ੀ ਦਾਤ ਵਾਪਸ ਵੀ ਲੈ ਸਕਦਾ ਹੋ। ਮੈਨੂੰ ਕਿਸੇ ਨੇ ਚੀਜ਼ ਵਰਤਣ ਲਈ ਦਿੱਤੀ ਹੈ, ਜਦੋਂ ਮਰਜ਼ੀ ਵਾਪਸ ਲੈ ਸਕਦਾ। ਮੈਂ ਕਿਸੇ ਤੋਂ ਕਹੀ ਮੰਗ ਕੇ ਲਿਆ, ਮੰਨ ਲਓ ਮੈਂ ਅਗਰ ਮੋੜਨਾ ਭੁੱਲ ਗਿਆ, ਉਹ ਆਪ ਆ ਜਾਏਗਾ ਭਾਈ ਮੇਰੀ ਕਹੀ ਦੇ, ਅਤੇ ਮੈਂ ਨਾ ਨਹੀਂ ਕਰ ਸਕਦਾ ਕਿਉਂਕਿ ਕਹੀ ਉਸ ਦੀ ਹੈ। ਪਰ ਜੇ ਬਹੁਤ ਸਮਾਂ ਕੋਈ ਚੀਜ਼ ਸਾਡੇ ਕੋਲ ਰਹਿ ਜੇ ਤਾਂ ਉਸ ਚੀਜ਼ ਨਾਲ ਸਾਡਾ ਮੋਹ ਹੋ ਜਾਂਦਾ ਹੈ। ਭਾਵੇਂ ਸਾਨੂੰ ਪਤਾ ਹੈ ਕਿ ਸਾਡੀ ਨਹੀਂ, ਪਰ ਮੋਹ ਹੋ ਜਾਣ ਕਾਰਨ ਅਸੀਂ ਵਾਪਸ ਦੇਣ ਨੂੰ ਤਿਆਰ ਨਹੀਂ ਹੁੰਦੇ। ਬਸ ਆਹੀ ਗੱਲ ਹੈ। ਸਾਡੇ ਕੋਲ ਜੋ ਕੁਛ ਵੀ ਹੈ, ਧਰਮ ਕਹਿੰਦਾ ਸਭ ਪਰਮਾਤਮਾ ਦਾ ਦਿੱਤਾ ਹੋਇਆ, ਸਾਡੇ ਕੋਲ ਅਮਾਨਤ ਹੈ ਇਹ।
ਸਾਨੂੰ ਨੇ ਪੱਕੇ ਤੌਰ 'ਤੇ ਨਹੀਂ ਦਿੱਤੇ, ਨੋ, ਅਮਾਨਤ ਹੈ। ਮੰਨ ਲਓ ਮੈਂ ਸਾਲ 2 ਸਾਲ ਲਈ ਬਾਹਰ ਚੱਲਿਆ, ਕੋਈ ਬਹੁਤ ਕੀਮਤੀ ਸਮਾਨ ਹੈ, ਮੈਂ ਕਹਿੰਦਾ ਮਗਰੋਂ ਚੋਰ ਨਾ ਲੈ ਜਾਣ, ਮੈਂ ਚੱਕ ਕੇ ਆਪਣੇ ਆਂਢੀ ਗੁਆਂਢੀ ਰਿਸ਼ਤੇਦਾਰ ਦੋਸਤ ਮਿੱਤਰ ਨੂੰ ਦੇ ਜਾਣਾ ਕਿ ਜਦੋਂ ਭਾਈ ਮੈਂ ਆਇਆ ਮੈਂ ਇਸ ਨੂੰ ਵਾਪਸ ਲੈ ਲਾਂਗਾ। 3-4 ਸਾਲ ਉਹ ਚੀਜ਼ ਨੂੰ ਵਰਤਦਾ ਰਹਿੰਦਾ ਹੈ, ਉਹਦਾ ਉਸ ਚੀਜ਼ ਨਾਲ ਮੋਹ ਹੋ ਜਾਂਦਾ ਹੈ। ਜਦੋਂ ਮੈਂ ਵਾਪਸ ਆ ਕੇ ਮੰਗਦਾ ਤਾਂ ਬੜਾ ਔਖਾ ਹੋ ਕੇ ਵਾਪਸ ਕਰਦਾ, ਔਖਾ ਹੋ ਕੇ ਵਾਪਸ ਕਰਦਾ। ਆਪਣਾ ਵੀ ਜਦੋਂ ਕੋਈ ਨੁਕਸਾਨ ਹੋ ਜਾਏ ਆਪਾਂ ਕਿੰਨਾ ਅਫਸੋਸ ਕਰਦੇ, ਕਿਉਂ? ਸਾਨੂੰ ਇਹ ਤਾਂ ਮੇਰਾ ਸੀ। ਪਰਮਾਤਮਾ ਕਹਿੰਦਾ ਤੇਰਾ ਨਹੀਂ ਸੀ, ਇਹ ਤਾਂ ਮੇਰਾ ਸੀ, ਇਹ ਤਾਂ ਮੈਂ ਤੈਨੂੰ ਦਿੱਤਾ ਸੀ, ਇਹ ਮੈਂ ਤੈਨੂੰ ਦਿੱਤਾ ਸੀ। ਸਾਡੇ ਤੇ ਬ੍ਰਹਮ ਗਿਆਨੀ 'ਚ ਆਹੀ ਫਰਕ ਹੈ। ਅਸੀਂ ਤਾਂ ਪੜ੍ਹੀਏ ਨਾ ਗੱਲ ਕਿ ਜੋ ਕਿ ਸਾਡੇ ਕੋਲ ਪਰਮਾਤਮਾ ਦਿੱਤਾ, ਸਾਨੂੰ ਵਿਸ਼ਵਾਸ ਨਹੀਂ ਇਸ 'ਤੇ। ਜੇ ਵਿਸ਼ਵਾਸ ਹੋਵੇ ਫਿਰ ਤਾਂ ਠੀਕ ਹੈ, ਵਾਪਸ ਕਰਦੇ, ਸਾਨੂੰ ਕੋਈ ਅਫਸੋਸ ਹੀ ਨਹੀਂ। ਚੋਰ ਲੈ ਗਿਆ ਭਾਈ, ਕਿਹੜਾ ਮੇਰਾ ਸੀ, ਕਿਹੜਾ ਮੇਰਾ ਸੀ। ਤੁਸੀਂ ਆਪਣੇ ਸਕੂਟਰ ਨੂੰ ਬੜੇ ਧਿਆਨ ਨਾਲ ਚਲਾਉਂਦੇ ਹੋ, ਟੋਇਆ ਟਾਇਆ ਆ ਜੇ ਆਰਾਮ ਨਾਲ ਚਲਾਉਂਦੇ। ਬਗਾਨਾ ਜਦੋਂ ਮੰਗ ਲਿਆ, ਨਾ ਉੱਚਾ ਨਾ ਨੀਵਾਂ ਥਾਂ ਵੇ ਦੱਬੀ ਤੁਰੇ ਜਾਂਦੇ, ਵੀ ਕਿਹੜਾ ਆਪਣਾ, ਕਿਹੜਾ ਆਪਣਾ। ਆਪਣੀ ਚੀਜ਼ ਵਰਤਣ ਅਤੇ ਬਗਾਨੀ ਚੀਜ਼ ਵਰਤਣ ਮੈਂ ਦੇਖਿਆ ਫਰਕ ਹੁੰਦਾ। ਜੇ ਕਿਤੇ ਸਾਨੂੰ ਵਾਕਈ ਬ੍ਰਹਮ ਗਿਆਨੀ ਵਾਂਗੂ ਗਿਆਨ ਹੋ ਜਾਏ ਕਿ ਮੇਰੇ ਕੋਲ ਜੋ ਕੁਛ ਹੈ ਇਹ ਤਾਂ ਪਰਮਾਤਮਾ ਦਾ ਮੈਨੂੰ ਦਿੱਤਾ ਵੀ ਤੂੰ ਇਹਨੂੰ ਵਰਤ ਲੈ, ਜਦੋਂ ਮੇਰਾ ਜੀਅ ਕਰੇਗਾ ਮੈਂ ਇਸ ਨੂੰ ਵਾਪਸ ਲੈ ਸਕਦਾ, ਤੂੰ ਚੀਫ ਹੀ ਨਹੀਂ ਕਰਨੀ, ਚੀਫ ਨਹੀਂ ਕਰਨੀ। ਪਰ ਕਿਉਂਕਿ ਕਾਫੀ ਸਮਾਂ ਵਰਤਣ ਤੋਂ ਬਾਅਦ ਫਿਰ ਸਾਨੂੰ ਐਂ ਲੱਗਦਾ ਮੇਰੇ ਹੀ ਹੈ, ਅਤੇ ਜਦੋਂ ਫਿਰ ਪਰਮਾਤਮਾ ਕਿਸੇ ਬਹਾਨੇ ਉਸ ਨੂੰ ਵਾਪਸ ਲੈਂਦਾ, ਅਸੀਂ ਰੋਂਦੇ ਹਾਂ, ਪੜ੍ਹਦੇ ਹਾਂ, ਬੁਰਾ ਹਾਲ ਸਾਡਾ ਹੁੰਦਾ ਹੈ। ਬ੍ਰਹਮ ਗਿਆਨੀ ਨੂੰ ਪਤਾ ਮੇਰਾ ਹੈ ਹੀ ਨਹੀਂ, ਇਹ ਤਾਂ ਉਹਨੇ ਦਿੱਤਾ ਸੀ, ਉਹਨੇ ਵਾਪਸ ਲੈ ਲਿਆ, ਚਲ ਠੀਕ ਹੈ ਭਾਈ। ਉਹਨੂੰ ਕੋਈ ਅਫਸੋਸ ਨਹੀਂ ਹੁੰਦਾ, ਉਹਨੂੰ ਕੋਈ ਅਫਸੋਸ ਨਹੀਂ ਹੁੰਦਾ, ਇਸ ਲਈ ਉਹਨੂੰ ਦੁੱਖ ਨਹੀਂ ਹੁੰਦਾ। ਦੁੱਖ ਉਦੋਂ ਹੁੰਦਾ ਜਦੋਂ ਸਾਡਾ ਚੀਜ਼ ਨਾਲ ਮੋਹ ਹੋ ਜਾਏ, ਉਹਦਾ ਮੋਹ ਹੀ ਨਹੀਂ ਹੁੰਦਾ, ਉਹ ਤਾਂ ਸਿਰਫ ਵਰਤ ਰਿਹਾ, ਉਸਨੂੰ ਉਹ ਤਾਂ ਵਰਤ ਰਿਹਾ ਹੈ, ਉਹਦਾ ਮੋਹ ਨਹੀਂ ਹੁੰਦਾ। ਮੋਹ ਆਪਣੀ ਚੀਜ਼ ਨਾਲ ਹੁੰਦਾ, ਸਾਨੂੰ ਇਹ ਮੇਰੀ ਚੀਜ਼ ਹੈ ਇਸ ਲਈ ਸਾਡਾ ਮੋਹ ਹੈ। ਬ੍ਰਹਮ ਗਿਆਨ ਹੁੰਦਾ ਇਹ ਮੇਰੀ ਨਹੀਂ ਹੈ, ਇਹ ਤਾਂ ਪਰਮਾਤਮਾ ਨੇ ਕੁਝ ਸਮਾਂ ਮੈਨੂੰ ਵਰਤਣ ਲਈ ਦਿੱਤੀ ਹੋਈ ਹੈ, ਜਦੋਂ ਮਰਜ਼ੀ ਵਾਪਸ ਲੈ ਸਕਦਾ, ਇਸ ਲਈ ਜਦੋਂ ਵਾਪਸ ਲੈਂਦਾ ਉਹਨੂੰ ਕੋਈ ਅਫਸੋਸ ਨਹੀਂ ਹੁੰਦਾ। ਬਸ ਆਹੀ ਸਾਡੇ ਅਤੇ ਬ੍ਰਹਮ ਗਿਆਨੀ 'ਚ ਫਰਕ ਹੁੰਦਾ ਹੈ। ਸੋ ਗੁਰੂ ਮਹਾਰਾਜ ਕਹਿੰਦੇ, ਜਾ ਕੇ ਰੁੱਖ ਬਿਰਖ ਆਰਾਓ, ਜੇਹੀ ਧਾਤ ਤਿਹਾ ਤਿਨ ਨਾਉ, ਫੁੱਲ ਭਾਓ ਫਲ ਲਿਖਿਆ ਪਾਏ, ਆਪ ਬੀਜ ਆਪੇ ਹੀ ਖਾਏ, ਕੱਚੀ ਕੰਧ ਕੱਚਾ ਵਿੱਚ ਰਾਜ, ਮਤ ਅਲੂਣੀ ਫਿੱਕਾ ਸਾਧ, ਨਾਨਕ ਆਣੇ ਆਵੈ ਰਾਸ, ਵਿਨ ਨਾਮੈ ਨਾਹੀ ਸ਼ਾਬਾਸ਼। ਭਾਵੇਂ ਦੇ ਨਾ ਦੇਈ ਸੋਏ, ਕਿਉਂਕਿ ਸਾਰਾ ਕੁਝ ਦੇਵਨਹਾਰੇ ਕੇ ਹੱਥ ਦਾਨ, ਸਾਰੀ ਦਾਤਾ ਤਾਂ ਉਹ ਦੇਣ ਵਾਲੇ ਦੇ ਹੱਥ 'ਚ ਨੇ। ਭਾਵੇਂ ਦੇਵੇ ਭਾਵੇਂ ਨਾ ਦੇਵੇ, ਭਾਵੇਂ ਦੇ ਨਾ ਦੇਈ ਸੋਏ, ਉਹ ਪਰਮਾਤਮਾ ਭਾਵੇਂ ਦਾਨ ਦਾਤ ਦੇਵੇ ਭਾਵੇਂ ਨਾ ਦੇਵੇ। ਕੀਤੇ ਕਹਿਆ ਕਿਆ ਹੋਏ, ਇਹ ਪਰਮਾਤਮਾ ਇਸ ਜੀਵ ਨੂੰ ਪੈਦਾ ਕੀਤਾ ਹੈ, ਇਸ ਜੀਵ ਦੇ ਕਹਿਣ ਨਾਲ ਕੀ ਹੁੰਦਾ? ਇਹ ਤਾਂ ਪਰਮਾਤਮਾ ਦੀ ਮਰਜ਼ੀ ਹੈ, ਇਸ ਜੀਵ ਦੇ ਕਹਿਣ ਨਾਲ ਕੁਝ ਨਹੀਂ ਹੋਣਾ, ਇਸ ਜੀਵ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ, ਇਹ ਤਾਂ ਉਹਦੀ ਮਰਜ਼ੀ ਹੈ, ਕਿਸੇ ਨੂੰ ਚੀਜ਼ ਦੇਵੇ ਨਾ ਦੇਵੇ। ਆਪੇ ਸੱਚ ਭਾਵੈ ਤਿਸ ਸੱਚ, ਪਰਮਾਤਮਾ ਆਪ ਸੱਚ ਹੈ ਅਤੇ ਉਹਨੂੰ ਸੱਚ ਹੀ ਚੰਗਾ ਲੱਗਦਾ, ਭਾਵੈ ਮੈਨੂੰ ਚੰਗਾ ਲੱਗਣਾ। ਪਰਮਾਤਮਾ ਆਪ ਸੱਚ ਹੈ, ਉਹਨੂੰ ਸੱਚ ਚੰਗਾ ਲੱਗਦਾ ਹੈ। ਅੰਧਾ ਕੱਚਾ ਕੱਚ ਨਿਕਚ, ਪਰ ਜਿਹੜਾ ਅਗਿਆਨੀ ਹੈ ਇਹ ਤਾਂ ਅਤੀ ਕੱਚਾ ਹੈ,
ਇਹ ਕੱਚਾ ਹੈ, ਕੱਚ ਨੇ ਕੱਚ, ਅਤੀ ਕੱਚਾ ਹੈ। ਅਗਿਆਨੀ ਤੇ ਅਤੀ ਕੱਚਾ ਹੈ, ਤੇ ਪਰਮਾਤਮਾ ਨੂੰ ਤਾਂ ਸੱਚਾ ਚਾਹੀਦਾ ਹੈ। ਜਾ ਕੇ ਰੁੱਖ ਬਿਰਖ ਆਰਾਓ, ਜਿਸ ਪਰਮਾਤਮਾ ਨੇ ਦਰਖਤ ਪੈਦਾ ਕੀਤੇ ਨੇ, ਇਹਨਾਂ ਨੂੰ ਸੁੰਦਰਤਾ ਬਖਸ਼ੀ ਹੈ। ਫੁੱਲ ਲਾਏ ਨੇ, ਫਲ ਲਾਏ ਨੇ, ਦਰਖਤ ਖਿੜਿਆ ਹੋਇਆ ਹੋਵੇ ਕਿੰਨਾ ਸੋਹਣਾ ਲੱਗਦਾ। ਜਾ ਕੇ ਰੁੱਖ ਬਿਰਖ ਆਰਾਓ, ਜਿਸ ਦੇ ਦਰਖਤ ਹਨ ਉਹਨੇ ਇਹਨਾਂ ਨੂੰ ਸੁੰਦਰਤਾ ਬਖਸ਼ੀ ਹੈ। ਆਰਾਓ ਸੁੰਦਰਤਾ ਨੂੰ ਕਹਿੰਦੇ। ਜਿਹੀ ਧਾਤ ਤੇਹਾ ਤਿਨ ਨਾਉ, ਧਾਤ ਦਾ ਸੁਭਾਅ, ਜਿਹੋ ਜਿਹਾ ਕਿਸੇ ਦਾ ਸੁਭਾਅ ਹੁੰਦਾ ਉਹੋ ਜਿਹਾ ਉਹਦਾ ਨਾਮ ਪੈ ਜਾਂਦਾ ਹੈ। ਜਿਹੋ ਜਿਹਾ ਕਿਸੇ ਦਾ ਸੁਭਾਅ ਹੁੰਦਾ ਉਹੋ ਜਿਹਾ ਉਹਦਾ ਨਾਮ ਪੈਂਦਾ। ਫੁੱਲ ਭਾਉ ਫਲ ਲਿਖਿਆ ਪਾਏ, ਜਿਹਦੇ ਅੰਦਰ ਪਿਆਰ ਦਾ ਫੁੱਲ ਹੁੰਦਾ ਹੈ। ਭਾਉ ਭਾਵਨਾ ਨੂੰ ਕਹਿੰਦੇ, ਭਾਉ ਪਿਆਰ ਵੀ ਹੁੰਦਾ ਹੈ, ਭਾਵ ਭਾਵਨਾ ਹੈ। ਜਿਹੋ ਜਿਹੀ ਕਿਸੇ ਦੀ ਭਾਵਨਾ ਹੁੰਦੀ ਹੈ ਉਹੋ ਜਿਹੇ ਨੂੰ ਫੁੱਲ ਫਲ ਲੱਗਦਾ, ਉਹੋ ਜਿਹੇ ਨੂੰ ਫਲ ਲਿਖਿਆ ਜਾਂਦਾ। ਸਾਡੀ ਭਾਵਨਾ ਅਨੁਸਾਰ ਹੀ ਸਾਨੂੰ ਫਲ ਮਿਲਦਾ ਹੈ। ਗੁਰੂ ਕੋਲ ਆਏ ਕਿਸ ਭਾਵਨਾ ਨਾਲ ਆਏ ਹੋ, ਉਹੀ ਫਲ ਮਿਲੇਗਾ ਜਿਸ ਭਾਵਨਾ ਨਾਲ ਆਏ ਹੋ। ਇਹ ਫੁੱਲ ਇਹ ਫਲ ਸਾਡੀ ਭਾਵਨਾ ਅਨੁਸਾਰ ਸਾਨੂੰ ਮਿਲਦੇ ਨੇ। ਆਪ ਬੀਜ ਆਪੇ ਹੀ ਖਾਏ, ਇਹ ਮਨੁੱਖ ਆਪ ਹੀ ਬੀਜਦਾ, ਆਪ ਹੀ ਉਹਦਾ ਫਲ ਖਾਂਦਾ ਹੈ। ਜਿਹੋ ਜਿਹਾ ਬੀਜ ਲੋਗੇ ਉਹੋ ਜਿਹਾ ਵੱਢ ਲੋਗੇ, ਸਿੱਧਾ ਹਿਸਾਬ ਹੈ। ਇਹ ਸਾਰੇ ਧਰਮ ਇਸ ਗੱਲ ਨੂੰ ਮੰਨਦੇ ਨੇ। ਬਾਈਬਲ ਜਿਹੜੀ ਹੈ ਉਹ ਚਲੀ ਗਈ, ਐਜ਼ ਯੂ ਸੋ ਸ਼ੈਲ ਯੂ ਰੀਪ, ਜਿਹੋ ਜਿਹਾ ਬੀਜੋਗੇ ਉਹੋ ਜਿਹੀ ਵੱਢੋਗੇ। ਹਿੰਦੀ ਆ ਕਹਿੰਦੇ, ਬੋਏ ਪੇੜ ਬਬੂਲ ਕੇ ਆਮ ਕਹਾਂ ਤੇ ਖਾਏ, ਕਿੱਕਰ ਦੇ ਦਰਖਤ ਬੀਜ ਕੇ ਤੂੰ ਅੰਬ ਕਿੱਥੋਂ ਖਾਏਂਗਾ। ਬਬੂਲ ਕਿੱਕਰ ਨੂੰ ਕਹਿੰਦੇ। ਗੁਰਬਾਣੀ ਕਹਿੰਦੇ, ਲੋੜ ਹੈ ਦਾਖ ਬਜੋਰੀਆਂ, ਕਿੱਕਰ ਬੀਜੈ ਜੱਟ। ਜੱਟ ਬੀਜ ਤੇ ਕਿੱਕਰ ਹੈ, ਕਹਿੰਦੇ ਮੈਂ ਦਾਖਾਂ ਖਾਣੀਆਂ ਨੇ। ਵੀ ਕਿੱਕਰਾਂ ਨੂੰ ਕਦੇ ਦਾਖਾਂ ਲੱਗਣੀ। ਮਨੁੱਖ ਕੰਮ ਤੇ ਭੈੜੇ ਕਰਦਾ ਹੈ ਤੇ ਉਹਨਾਂ ਦੇ ਬਦਲੇ ਸੁੱਖ ਚਾਹੁੰਦਾ। ਇਹ ਕਿਵੇਂ ਹੋਏਗਾ ਬਈ? ਇਹ ਕਿਵੇਂ ਹੋ ਸਕਦਾ? ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ। ਮੰਦੇ ਕੰਮਾਂ ਦਾ ਨਤੀਜਾ ਤਾਂ ਸੂਨਰ ਲੇਟਰ ਮੰਦਾ ਹੀ ਨਿਕਲਣਾ। ਮਨੁੱਖ ਅਗਿਆਨੀ ਹੈ, ਇਹ ਚੋਰੀਆਂ ਕਰਦਾ, ਡਾਕੇ ਮਾਰਦਾ, ਠੱਗੀਆਂ ਕਰਦਾ, ਮਿਲਾਵਟਾਂ ਕਰਦਾ, ਧੋਖਾਧੜੀ ਕਰਦਾ, ਪਤਾ ਨਹੀਂ ਕੀ ਕੁਛ ਕਰਦਾ ਹੈ। ਇਹਨੂੰ ਇਹ ਨਹੀਂ ਪਤਾ ਜੋ ਤੂੰ ਕਰ ਰਿਹਾ ਫਲ ਤਾਂ ਉਹੀ ਮਿਲਣਾ ਹੈ। ਇਹ ਸੋਚਦਾ ਮੈਨੂੰ ਫਲ ਵਧੀਆ ਮਿਲੇਗਾ। ਫਲ ਮਿਲਦਾ ਜੇਲ੍ਹ, ਫਲ ਮਿਲਦੇ ਪੁਲਿਸ ਦੀ ਕੁੱਟ, ਫਲ ਮਿਲਦਾ ਬਦਨਾਮੀ। ਕੱਚੀ ਕੰਧ ਕੱਚਾ ਵਿੱਚ ਰਾਜ। ਇਹ ਸਰੀਰ ਕੱਚੀ ਕੰਧ ਵਰਗਾ ਹੈ। ਰਾਜ ਹੁੰਦਾ ਮਿਸਤਰੀ। ਰਾਜ ਦੋ ਪ੍ਰਕਾਰ, ਤਿੰਨ ਪ੍ਰਕਾਰ ਮਿਸਤਰੀ ਹੁੰਦੇ ਨੇ। ਇੱਕ ਮਿਸਤਰੀ ਹੈ ਜੀ ਲੱਕੜ ਦਾ ਮਿਸਤਰੀ ਹੈ ਜੀ, ਫਲਾਣਾ ਜੀ। ਇੱਕ ਜਿਹੜਾ ਆ ਮਕਾਨ ਬਣਾਉਂਦੇ ਨੇ ਰਾਜ ਮਿਸਤਰੀ ਕਹਿੰਦੇ ਨੇ। ਇਹ ਸਰੀਰ ਕੱਚੀ ਕੰਧ ਹੈ। ਇਹਦੇ ਜਿਹੜਾ ਮਿਸਤਰੀ ਹੈ ਮਨ, ਉਹ ਵੀ ਕੱਚਾ ਹੈ। ਸਰੀਰ ਵੀ ਕੱਚਾ ਹੈ, ਵਿੱਚ ਮਨ ਜਿਹੜਾ ਹੈ ਉਹ ਵੀ ਕੱਚਾ ਹੈ। ਮਤ ਅਲੂਣੀ ਫਿੱਕਾ ਸਾਧ, ਕਿਉਂਕਿ ਮਨ ਹੀ ਕੱਚਾ ਸੀ, ਮਤ ਵੀ ਅਲੂਣੀ ਬਕਬਕੀ। ਜੇ ਲੂਣ ਨਾ ਹੋਵੇ, ਕੋਈ ਦਾਲ ਸਬਜ਼ੀ ਬਣਾਓ 'ਚ ਲੂਣ ਪਾਉਣਾ ਭੁੱਲ ਜਾਓ, ਬਕ ਹੁੰਦਾ ਕਿ ਨਹੀਂ। ਮਤ ਵੀ ਲੂਣੀ ਅਤੇ ਫਿਰ ਉਹਦਾ ਸਵਾਦ ਵੀ ਫਿੱਕਾ ਲੂਣ। ਕਿਉਂ ਮਤ ਹੀ ਹੈ ਨਹੀਂ ਅਤੇ ਫਿਰ ਕਰਮਾਂ ਦਾ ਆਨੰਦ ਕੀ ਸੁਆਹ ਹੋਵੇਗਾ। ਨਾਨਕ ਆਣੇ ਆਵੈ ਰਾਸ, ਜੇ ਪਰਮਾਤਮਾ ਚਾਹੇ ਤਾਂ ਕਾਰਜ ਰਾਸ ਕਰ ਸਕਦਾ ਹੈ। ਵਿਨ ਨਾਮੈ ਨਾਹੀ ਸ਼ਾਬਾਸ਼, ਨਾਮ ਤੋਂ ਬਿਨਾਂ ਪਰਮਾਤਮਾ ਦੇ ਦਰ 'ਤੇ ਸ਼ਾਬਾਸ਼ ਨਹੀਂ ਮਿਲਦੀ। ਪਰਮਾਤਮਾ ਦੇ ਦਰ 'ਤੇ ਸ਼ਾਬਾਸ਼ ਉਹਨਾਂ ਨੂੰ ਮਿਲਦੀ ਜਿਹਨਾਂ ਨਾਮ ਜਪਿਆ ਹੁੰਦਾ ਹੈ।
ਅਤੇ ਜਿਹੜਾ ਹੈ ਹੀ ਕੱਚਾ, ਜਿਹੜਾ ਹੈ ਹੀ ਅਗਿਆਨੀ, ਉਹ ਫਿਰ ਨਾਮ ਕੋਈ ਨਹੀਂ ਜਪਦਾ। ਜਿਹੜੇ ਕੰਮ ਕਰਦੇ ਉਹ ਵੀ ਬਕਬੇ ਫਿੱਕੇ ਹੁੰਦੇ ਨੇ। ਇਸ ਲਈ ਪਰਮਾਤਮਾ ਦੇ ਨਾਮ ਤੋਂ ਬਿਨਾਂ ਕਿਸੇ ਨੂੰ ਸ਼ਾਬਾਸ਼ੀ ਨਹੀਂ ਮਿਲਦੀ। ਸ਼੍ਰੀ ਰਾਗ ਮਹਿਲਾ ਪਹਿਲਾ ਘਰ ਪੰਜਵਾਂ। ਅਛਾਲ ਛਲਾਈ, ਇਹਨੂੰ ਅਛਲ ਨਹੀਂ ਪੜ੍ਹਨਾ, ਇਹ ਛਲ ਦਾ ਵਿਰੋਧੀ ਹੈ। ਛਲ ਹੈ ਅਛਲ, ਭਾਵ ਮਾਇਆ। ਮਾਇਆ ਸਾਨੂੰ ਛਲਦੀ ਹੈ, ਅਸੀਂ ਮਾਇਆ ਨੂੰ ਨਹੀਂ ਛਲ ਸਕਦੇ ਹਾਂ। ਮਾਇਆ ਸੰਸਾਰੀ ਜੀਵਨ ਨੂੰ ਛਲਦੀ ਹੈ, ਕਿਉਂਕਿ ਇਹਦੇ ਛਲ ਕਪਟ ਹੈ, ਅਸੀਂ ਉਹਦੀ ਛਲ ਕਪਟ ਫਸ ਜਾਂਦੇ ਹਾਂ। ਅਛਲ ਛਲਾਈ ਨਹਿ ਛਲੈ, ਨਾ ਘਾਉ ਕਟਾਰਾ ਕਰ ਸਕੇ। ਨੰਨਾ ਹ ਜਾਂ ਤਾਂ ਬੋਲੇ ਨਹ, ਜਾਂ ਦਾ ਉਚਾਰਨ ਹੈ ਨਾ। ਨਹਿ ਨੂੰ ਉਦੋਂ ਪੜ੍ਹਨਾ ਜਦੋਂ ਹਾਹੇ ਨੂੰ ਸਿਹਾਰੀ ਹੋਵੇ। ਜਦੋਂ ਨੰਨਾ ਹਾਹੇ ਨੂੰ ਸਿਹਾਰੀ ਹੋਵੇ ਫਿਰ ਇਹ ਹਿੰਦੀ ਦਾ ਸ਼ਬਦ ਹੈ ਅਤੇ ਇਹਦਾ ਉਚਾਰਨ ਹੈ ਨਹਿ। ਇਹ ਨੰਨਾ ਹਾਹਾ ਫਾਰਸੀ ਦਾ ਸ਼ਬਦ ਹੈ, ਅਤੇ ਫਾਰਸੀ ਜਿਹਦੇ ਦੋ ਉਚਾਰਨ ਦਿੱਤੇ ਨੇ, ਨੰਨਾ ਹ ਨਹ ਅਤੇ ਨੰਨਾ ਹ ਨਾ। ਕੰਨੇ ਨਾਲ ਵੀ ਬੋਲ ਸਕਦੇ ਹੋ, ਬਿਨਾਂ ਕੰਨੇ ਤੋਂ ਵੀ ਬੋਲ ਸਕਦੇ ਨ। ਅਛਲ ਛਲਾਈ ਨਹ ਛਲੈ, ਨਹ ਘਾਉ ਕਟਾਰਾ ਕਰ ਸਕੈ। ਜਿਉ ਸਾਹਿਬ ਰਾਖੈ ਤਿਉ ਰਹੈ, ਇਸ ਲੋਭੀ ਕਾ ਜੀਉ ਟਲ ਪਲੈ। ਬਿਨ ਤੇਲ ਦੀਵਾ ਕਿਉ ਜਲੈ, ਰਹਾਉ। ਪੋਥੀ ਪੁਰਾਣ ਕਮਾਈਐ, ਭਉ ਵੱਟੀ ਇਸ ਤਨ ਪਾਈਐ। ਸੱਚ ਬੂਝਣ ਆਣ ਜਲਾਈਐ, ਇਹ ਤੇਲ ਦੀਵਾ ਇਉਂ ਜਲੈ। ਕਰ ਚਾਨਣ ਸਾਹਿਬ ਤਉ ਮਿਲੈ, ਰਹਾਉ। ਇਤ ਤਨ ਲਾਗੈ ਬਾਣੀਆਂ, ਸੁਖ ਹੋਵੈ ਸੇਵ ਕਮਾਣੀਆਂ। ਸਭ ਦੁਨੀਆਂ ਆਵਣ ਜਾਣੀਆਂ, ਵਿੱਚ ਦੁਨੀਆਂ ਸੇਵ ਕਮਾਈਐ। ਤਾਂ ਦਰਗਹ ਬੈਸਨ ਪਾਈਐ, ਕਹੋ ਨਾਨਕ ਬਾਂਹ ਲੁੜਾਈਐ। ਅਛਲ ਛਲਾਈ ਨਹ ਛਲੈ, ਇਹ ਮਾਇਆ ਅਛਲ ਹੈ, ਇਹਨੂੰ ਛਲਿਆ ਨਹੀਂ ਜਾ ਸਕਦਾ। ਨਾ ਘਾਉ ਕਟਾਰਾ ਕਰ ਕਟਾਰ ਤਲਵਾਰ ਨੂੰ ਕਹਿੰਦੇ, ਛੋਟੀ ਤਲਵਾਰ ਹੁੰਦੀ ਜਿਹੜੇ। ਨਾ ਤਲਵਾਰ ਘਾਉ ਹੁੰਦਾ ਜ਼ਖਮ, ਨਾ ਤਲਵਾਰ ਇਸ ਨੂੰ ਕੱਟ ਸਕਦੀ ਹੈ। ਮਾਇਆ ਅਛਲ ਹੈ, ਇਹਨੂੰ ਛਲਿਆ ਨਹੀਂ ਜਾ ਸਕਦਾ। ਇਹਨੂੰ ਕੋਈ ਤਲਵਾਰ ਕੱਟ ਵੀ ਨਹੀਂ ਸਕਦੀ। ਜਿਉਂ ਸਾਹਿਬ ਰਾਖੈ ਤਿਉਂ ਰਹੈ, ਇਸ ਲੋਭੀ ਕਾ ਜੀਉ ਟਲ ਪਲੈ। ਟਲ ਪਲੈ ਹੁੰਦਾ ਡੋਲਣਾ। ਮਨੁੱਖ ਲੋਭੀ ਹੈ, ਲਾਲਚੀ ਹੈ, ਮਾਇਆ ਦੇ ਮਗਰ ਇਹਦਾ ਫਿਰ ਮਨ ਡੋਲਦਾ ਰਹਿੰਦਾ ਹੈ। ਪਰ ਜਿਵੇਂ ਪਰਮਾਤਮਾ ਰੱਖਦਾ, ਇਹ ਮਨੁੱਖ ਉਵੇਂ ਰਹਿੰਦਾ ਹੈ, ਉਵੇਂ ਰਹਿੰਦਾ। ਇਹ ਲੋਭੀ ਬੰਦਾ, ਇਹਦਾ ਮਨ ਡੋਲਦਾ ਰਹਿੰਦਾ ਹੈ। ਕਿਉਂ? ਮਾਇਆ ਨਾ ਮਨ ਨੂੰ ਛਲ ਲੈਂਦੀ ਹੈ। ਮਾਇਆ 'ਚ ਤਾਕਤ ਬਹੁਤ ਹੈ। ਹੁਣ ਤਾਂ ਸਾਰੀ ਦੁਨੀਆ ਨੂੰ ਪਤਾ ਲੱਗਿਆ ਮਾਇਆ 'ਚ ਇੰਨੀ ਤਾਕਤ ਹੈ ਕਿ ਤੁਸੀਂ ਮਾਇਆ ਨਾਲ ਸਾਰੀ ਦੀ ਸਾਰੀ ਸਰਕਾਰ ਨੂੰ ਖਰੀਦ ਸਕਦੇ ਹੋ। ਦੇਖੋ, ਦੋ ਬੰਦਿਆਂ ਨੇ ਸਾਰੀ ਸਰਕਾਰ ਹੀ ਖਰੀਦ ਲਈ, ਨਿਬੜਿਆ ਕੰਮ। ਇੰਨੀ ਤਾਕਤ ਹੈ। ਐਤਕੀ ਮੈਨੂੰ ਇਹਦੀ ਤਾਕਤ ਤਾਂ ਮੈਨੂੰ ਪਤਾ ਸੀ ਮਾਇਆ 'ਚ ਬੜੀ ਤਾਕਤ ਹੈ, ਪਰ ਐਤਕੀ ਦੇ ਸਬੂਤ ਮਿਲ ਗਿਆ ਮਾਇਆ 'ਚ ਦੇਖੋ ਇੰਨੀ ਤਾਕਤ ਹੈ। ਮਾਇਆ ਦੀ ਖਾਤਰ ਅਗਲੇ ਦੇਸ਼ ਹੀ ਵੇਚਤਾ। ਚੁੱਕ ਬਈ, ਦੋ ਬੰਦਿਆਂ ਨੂੰ ਸਾਰਾ ਦੇਸ਼ ਹੀ ਵੇਚਤਾ ਹੈ। ਇੰਨੀ ਮਾਇਆ 'ਚ ਤਾਕਤ ਹੈ। ਅਸੀਂ ਤੁਸੀਂ ਵਿਚਾਰੇ ਕਿਹਦੀ ਹਾਂ? ਮਾਇਆ ਅਛਲ ਹੈ, ਇਹਦੇ ਕੇ ਸਾਡਾ ਜ਼ੋਰ ਨਹੀਂ ਚੱਲਦਾ। ਇਸ ਲਈ ਕਹਿੰਦੇ ਅਛਲ ਛਲਾਈ ਨਾ ਛਲੈ। ਇਹ ਮਾਇਆ ਜਿਹੜੀ ਹੈ, ਇਹ ਛਲੀ ਨਹੀਂ ਜਾ ਸਕਦੀ। ਨਾ ਘਾਉ ਕਟਾਰਾ ਕਰ ਸਕੇ, ਨਾ ਕੋਈ ਤਲਵਾਰ ਇਸ ਨੂੰ ਕੱਟ ਸਕਦੀ ਹੈ। ਜਿਉਂ ਸਾਹਿਬ ਰੱਖੈ ਤਿਉਂ ਰਹੇ। ਇਹ ਜੀਵ ਉਸੇ ਤਰ੍ਹਾਂ ਰਹਿੰਦਾ ਹੈ
ਜਿਵੇਂ ਪਰਮਾਤਮਾ ਨੂੰ ਰੱਖਦਾ, ਪਰ ਇਸ ਲੋਭੀ ਕਾ ਜੀਓ ਟਲਪ ਲੈ। ਪਰ ਲੋਭੀ ਜੀਵ ਦਾ ਜਿਹੜਾ ਮਨ ਹੈ ਉਹ ਡੋਲਦਾ ਰਹਿੰਦਾ। ਬਿਨ ਤੇਲ ਦੀਵਾ ਕਿਉਂ ਜਲੇ? ਤੇਲ ਤੋਂ ਬਿਨਾਂ ਦੀਵਾ ਨਹੀਂ ਜਲ ਸਕਦਾ। ਦੀਵੇ ਤਾਂ ਹੀ ਜਲੇਗਾ ਜੇ ਬੱਤੀ ਅਤੇ ਤੇਲ ਦੋਨੋਂ ਹੋਣ। ਤੇਲ ਤੋਂ ਬਿਨਾਂ ਦੀਵਾ ਨਹੀਂ ਜਲ ਸਕਦਾ। ਪੋਥੀ ਪੁਰਾਣ ਕਮਾਈਏ। ਪੋਥੀ ਧਾਰਮਿਕ ਪੁਸਤਕ, ਪੁਰਾਣ ਜਿਹੜੇ ਹਿੰਦੂਆਂ ਦੇ ਪੁਰਾਣ ਨੇ। ਕਮਾਈ ਹੁੰਦਾ ਕਮਾਈ ਕਰਨਾ। ਧਾਰਮਿਕ ਪੁਸਤਕਾਂ ਨਿਰੀਆਂ ਪੜ੍ਹਨੀਆਂ ਨਹੀਂ, ਉਹਨਾਂ ਦੇ ਜਿਹੜੇ ਸਿੱਖਿਆ ਦਿੱਤੀ ਉਹਦੀ ਕਮਾਈ ਕਰਨੀ ਹੈ, ਉਹ ਸਿੱਖਿਆ 'ਤੇ ਅਮਲ ਕਰਨਾ ਹੈ। ਪੋਥੀ ਪੁਰਾਣ ਕਮਾਈਏ, ਭਉ ਵੱਟੀ ਇਤ ਤਨ ਪਾਈਏ। ਭਉ ਮੈਨੇ ਰੱਬੀ ਡਰ, ਵੱਟੀ ਮੈਨੇ ਬੱਤੀ, ਜਿਹੜੀ ਦੀਵੇ 'ਚ ਬੱਤੀ। ਡਰ ਰੂਪੀ ਰੱਬੀ, ਡਰ ਰੂਪੀ ਬੱਤੀ ਇਸ ਸਰੀਰ ਵਿੱਚ ਪਾਓ। ਸਰੀਰ ਦੀਵਾ ਨਾ, ਇਸ ਸਰੀਰ 'ਚ ਪਾਓ। ਸੱਚ ਬੂਝਣ ਆਣ ਜਲਾਈਏ। ਸੱਚ ਨੂੰ ਜਾਣ ਲੈਣਾ ਹੀ ਇਹ ਅੱਗ ਲਿਆ ਕੇ ਉਸ ਦੀਵੇ ਨੂੰ ਜਗਾਉਣਾ ਹੈ। ਸੱਚ ਦੀ ਜਿਹੜੀ ਸੋਝੀ ਹੈ, ਇਹਦੇ ਨਾਲ ਕਹਿੰਦੇ ਅੰਦਰ ਜਿਹੜਾ ਦੀਵਾ ਹੈ, ਗਿਆਨ ਦਾ ਦੀਵਾ, ਉਹਨੂੰ ਜਗਾਉਣਾ। ਬਾਹਰਲਾ ਦੀਵਾ ਤੇਲ ਪਾਓ ਅਤੇ ਬੱਤੀ ਲਾਓ, ਤੀਲੀ ਜਲ ਪਏਗਾ। ਗੱਲ ਇਹ ਅੰਦਰਲੇ ਦੀਵੇ ਦੀ ਹੈ। ਇਹ ਤੇਲ ਦੀਵਾ ਇਉਂ ਜਲੇ, ਇਸ ਤਰ੍ਹਾਂ ਇਹ ਤੇਲ ਵਾਲਾ ਦੀਵਾ ਇਸ ਤਰ੍ਹਾਂ ਜਲੇਗਾ। ਅੰਦਰ ਗਿਆਨ ਦਾ ਚਾਨਣ ਇਸ ਤਰ੍ਹਾਂ ਹੋਏਗਾ ਕਿ ਜੋ ਧਾਰਮਿਕ ਕਿਤਾਬਾਂ ਲਿਖਿਆ ਉਹਦੀ ਕਮਾਈ ਕਰੋ। ਰੱਬ ਦੇ ਡਰ ਰੂਪੀ ਬੱਤੀ ਪਾਓ। ਸੱਚ ਦੀ ਜਿਹੜੀ ਸੋਝੀ ਹੈ ਉਹਦੀ ਅੱਗ ਲਿਆ ਕੇ ਜਲਾਓ ਇਸ ਨੂੰ। ਇਹ ਵੀ ਕਿਸ ਤਰ੍ਹਾਂ ਜਲ ਸਕਦਾ ਤੇਲ ਤੋਂ? ਗਿਆਨ ਤੋਂ ਬਿਨਾਂ, ਅੰਦਰ ਰੱਬੀ ਗਿਆਨ ਤੋਂ ਬਿਨਾਂ ਸਾਡਾ ਦੀਵਾ ਨਹੀਂ ਜਲ ਸਕਦਾ। ਅੰਦਰ ਗਿਆਨ ਦਾ ਦੀਵਾ ਜਗਾਉਣਾ, ਅੰਦਰ ਜਗਾਉਣਾ ਗਿਆਨ ਦਾ ਦੀਵਾ, ਅਤੇ ਉਹ ਪਰਮਾਤਮਾ ਦੇ ਨਾਮ ਤੋਂ ਬਿਨਾਂ ਨਹੀਂ ਜਗ ਸਕਦਾ। ਅੰਦਰ ਗਿਆਨ ਪਰਮਾਤਮਾ ਦੇ ਨਾਮ ਨਾਲ ਹੋਣਾ ਹੈ, ਉਹ ਭਾਵ ਹੈ। ਇਤ ਤਨ ਲੱਗ ਗਏ ਬਾਣੀਆਂ। ਇੱਕ ਤਾਂ ਬਾਣੀਆਂ ਜਾਤ ਹੁੰਦੀ ਹੈ, ਦੁਕਾਨਦਾਰ ਦੇ ਨਹੀਂ। ਇੱਥੇ ਬਾਣੀਆਂ ਦਾ ਮਤਲਬ ਬਾਣੀ। ਹੁਣ ਧਿਆਨ ਦੇਣਾ, ਅਣਾਣੇ ਤੋਂ ਬਾਅਦ ਆੜੇ ਨੂੰ ਕਰਨਾ। ਆੜੇ ਨੂੰ ਕਰਨਾ, ਬਿੰਦੀ ਆਪੇ ਬੋਲੀ ਜਾਵੇਗੀ, ਲਿਖੀ ਨਹੀਂ ਜਾਂਦੀ, ਬੋਲੀ ਜਾਂਦੀ। ਬਾਣੀਆਂ ਗੰਗਾ, ñਈਆਂ, ਅਣਾਣਾ, ਨੰਨਾ, ਮੰਮਾ, ਇਹ 5 ਅੱਖਰ ਅਨੁਨਾਸਿਕ ਅੱਖਰ, ਨਕਰੀ ਬੋਲੇ ਜਾਂਦੇ ਨੇ। ਇਹਨਾਂ ਤੋਂ ਜਿਹੜਾ ਅੱਗੇ ਅੱਖਰ ਹੁੰਦਾ, ਉਹਨੂੰ ਜਿਹੜਾ ਕੰਨਾਂ ਲੱਗਾ ਹੁੰਦਾ ਹੈ, ਉਹ ਆਪਣੇ ਆਪ ਹੀ ਬਿੰਦੀ ਲਾ ਕੇ ਬੋਲਿਆ ਜਾਂਦਾ ਹੈ। ਇਤ ਤਨ ਲਾਗੈ ਬਾਣੀਆਂ, ਸੁਖ ਹੋਵੇ ਸੇਵਕ ਮਾਣੀ। ਕਹਿੰਦਾ ਜਿਸ ਸਰੀਰ 'ਤੇ ਬਾਣੀ ਦਾ ਅਸਰ ਹੋ ਗਿਆ, ਭਾਵ ਜਿਸ ਮਨ 'ਤੇ ਬਾਣੀ ਦਾ ਅਸਰ ਹੋ ਗਿਆ, ਫਿਰ ਕੀ ਕਰਦਾ? ਸੁਖ ਹੋਵੇ ਸੇਵਕ ਮਾਣੀ। ਉਹ ਪਰਮਾਤਮਾ ਦੀ ਸੇਵਾ ਕਰਦਾ, ਭਾਵ ਸਿਮਰਨ ਕਰਦਾ, ਅਤੇ ਫਿਰ ਉਹਨੂੰ ਸੁੱਖ ਦੀ ਪ੍ਰਾਪਤੀ ਹੁੰਦੀ। ਬਾਣੀ ਦਾ ਅਸਰ ਹੋ ਗਿਆ ਨਾ। ਬਾਣੀ ਦਾ ਤਾਨ ਭਾਵ ਮਨ 'ਤੇ ਅਸਰ ਹੋਵੇਗਾ ਤਾਂ ਹੀ ਬੰਦਾ ਨਾਮ ਜਪੇਗਾ ਨਾ। ਬਾਣੀ ਪੜ੍ਹੀ ਉਹਦਾ ਅਸਰ ਹੀ ਕੋਈ ਨਹੀਂ ਹੋਇਆ, ਫਿਰ ਤਾਂ ਕੋਈ ਗੱਲ ਨਹੀਂ ਬਣਦੀ। ਜੋ ਪੜ੍ਹਿਆ ਉਹਦੇ ਸਾਡੇ ਅਸਰ ਹੀ ਨਹੀਂ ਕੋਈ ਹੋਇਆ, ਫਿਰ ਤਾਂ ਬਸ ਜੈਸੇ ਆਏ ਜੈਸੇ ਗਏ। ਜਿਤ ਇਤ ਤਨ ਲੱਗ ਗਏ ਬਾਣੀਆਂ। ਜਦੋਂ ਇਸ ਸਰੀਰ ਨੂੰ ਬਾਣੀ ਦਾ ਅਸਰ ਹੁੰਦਾ ਹੈ, ਭਾਵ ਮਨ 'ਤੇ ਅਸਰ ਹੁੰਦਾ ਹੈ, ਸੁੱਖ ਹੋਵੇ ਸੇਵ ਕਮਾਣੀਆਂ ਹੁੰਦੇ। ਇਸ ਲਈ ਕਮਾਣੀਆਂ ਅਣਾਣੇ ਤੋਂ ਬਾਅਦ ਆੜੇ ਨੂੰ ਕਰਨਾ, ਬਿੰਦੀ ਲਾ ਕੇ ਬੋਲਿਆ ਕਮਾਣੀਆਂ। ਕਮਾਣੀ ਆ ਨਹੀਂ ਬੋਲਿਆ ਜਾਏਗਾ, ਹੁਣ ਆੜੇ ਕਹਿਣਾ ਆ ਹੁੰਦਾ, ਇੱਥੇ ਅਣਾਣੇ ਤੋਂ ਬਾਅਦ ਹੈ, ਇਸ ਲਈ ਕਮਾਣੀਆਂ। ਫਿਰ ਕਮਾਣੀ ਭਾਵ ਕੀਤੀ, ਫਿਰ ਮਨੁੱਖ ਸੇਵਾ ਕਰਦਾ, ਫਿਰ ਉਹਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸਭ ਦੁਨੀਆ ਆਵਣ ਜਾਣੀਆਂ। ਹੁਣ ਦੁਨੀਆ ਹੈ। ਪਹਿਲਾਂ ਇੱਕ ਮੈਗਜ਼ੀਨ ਆਪਣੇ ਭਾਸ਼ਾ ਵਿਭਾਗ ਵਾਲੇ ਕੱਢਦਾ ਪੰਜਾਬੀ ਦੁਨੀਆ, ਹੁਣ ਪਤਾ ਨਹੀਂ ਚੱਲਦਾ ਨਿਕਲਦਾ ਕਿ ਨਹੀਂ ਨਿਕਲਦਾ। ਪਹਿਲਾਂ ਪੰਜਾਬੀ ਦੁਨੀਆ ਆੜੇ ਨੂੰ ਕਰਨਾ ਬਿੰਦੀ ਮੈਗਜ਼ੀਨ 'ਤੇ ਲਿਖਿਆ ਹੁੰਦਾ ਸੀ ਦੁਨੀਆ।
ਕਿਸੇ ਨੇ ਭਾਸ਼ਾ ਵਿਭਾਗ ਦੇ ਨੋਟਿਸ 'ਚ ਲਿਆਂਦਾ ਵੀ ਦੁਨੀਆ ਸ਼ਬਦ ਤੇ ਫਾਰਸੀ ਦਾ, ਤੁਸੀਂ ਬਿੰਦੀ ਕਿਉਂ ਲਾਈਏ? ਫਾਰਸੀ ਦੇ ਵਿੱਚ ਦੁਨੀਆ ਨੂੰ ਬਿੰਦੀ ਨਹੀਂ ਲੱਗਦੀ। ਉਹ ਤੋਂ ਬਾਅਦ ਫਿਰ ਉਹਨਾਂ ਨੇ ਬਿੰਦੀ ਉੱਤੋਂ ਹਟਾਤੀ। ਪੰਜਾਬੀ ਦੁਨੀਆ ਇਸ ਦੱਦੇ ਨੂੰ ਕੰਨੇ ਬੈਰੀ ਆਰਡਰ ਕਰਨਾ ਲਿਖਦੇ ਸੀ। ਉਹ ਕਹਿੰਦੇ ਉਹ ਤਾਂ ਵੈਸੇ ਹੀ ਬੋਲੀ ਜਾਂਦੀ ਹੈ। ਇਹ ਫਾਰਸੀ ਦਾ ਸ਼ਬਦ ਹਿੰਦੀ ਪੰਜਾਬੀ ਦਾ ਦੁਨੀਆ ਨਹੀਂ ਹੈ। ਆਪਾਂ ਸੰਸਾਰ ਕਹਿੰਦੇ, ਪਰ ਕਿਉਂਕਿ ਫਾਰਸੀ ਦਾ ਪੰਜਾਬੀ 'ਤੇ ਬਹੁਤ ਜ਼ਿਆਦਾ ਪ੍ਰਭਾਵ ਹੈ, ਇਸ ਲਈ ਸਾਡੇ ਸ਼ਬਦ ਰਲਵੇਂ ਮਿਲਵੇਂ ਹਨ। ਸਾਨੂੰ ਇਹ ਨਹੀਂ ਪਤਾ ਦੁਨੀਆ ਵੀ ਕਾਹਦਾ ਸ਼ਬਦ ਹੈ। ਇਹ ਤਾਂ ਫਿਰ ਜਿਹੜੇ ਪੜ੍ਹੇ ਹੋਏ ਉਹਨਾਂ ਨੂੰ ਪਤਾ ਦੁਨੀਆ ਕਿਸ ਭਾਸ਼ਾ ਦਾ ਸ਼ਬਦ ਹੈ। ਫਿਰ ਕਿਸੇ ਵਿਦਵਾਨ ਨੇ ਨੋਟਿਸ 'ਚ ਲਿਆ ਤਾ ਬਈ ਦੁਨੀਆ ਸ਼ਬਦ ਫਾਰਸੀ ਦਾ, ਅਤੇ ਫਾਰਸੀ ਦੁਨੀਆ ਦੇ ਉੱਤੇ ਬਿੰਦੀ ਨਹੀਂ ਲੱਗੀ ਹੁੰਦੀ। ਇਸ ਲਈ ਉਹ ਤੋਂ ਬਾਅਦ ਫਿਰ ਉਹਨਾਂ ਨੇ ਪੰਜਾਬੀ ਦੁਨੀਆ ਮੈਗਜ਼ੀਨ ਦੇ ਨਾਮ ਲਿਖਦੇ ਬਿੰਦੀ ਤੋਂ ਬਿਨਾਂ ਲਿਖਣਾ ਸ਼ੁਰੂ ਕਰਤਾ, ਕਿਉਂਕਿ ਆਪਣੇ ਆਪ ਹੀ ਬਿੰਦੀ ਬੋਲੀ ਜਾਂਦੀ ਹੈ। ਜਿਵੇਂ ਜਾਣੀਆਂ ਕਮਾਣੀਆਂ ਆਪੇ ਬਿੰਦੀ ਬੋਲੀ ਜਾਏਗੀ। ਵਿੱਚ ਦੁਨੀਆ ਸੇਵ ਕਮਾਈਏ, ਜਿਹੜਾ ਇਸ ਸੰਸਾਰ 'ਚ ਆ ਕੇ ਸਿਮਰਨ ਕਰਦਾ ਨਾ, ਤਾਂ ਦਰਗਾਹ ਬੈਸਣ ਪਾਈਏ, ਤਾਂ ਫਿਰ ਉਹਨੂੰ ਦਰਗਾਹ 'ਚ ਬੈਠਣ ਲਈ ਥਾਂ ਮਿਲਦੀ ਹੈ, ਥਾਂ ਮਿਲਦੀ। ਕੋ ਨਾਨਕ ਬਾਂਹ ਲੁੜਾਈਏ, ਬਾਂਹ ਲੁੜਾਈ ਹੁੰਦਾ ਬਾਂਹ ਹਿਲਾ ਹਿਲਾ ਕੇ ਤੁਰਨਾ, ਭਾਵ ਨਿਸ਼ਚਿੰਤ ਹੋਣਾ। ਫਿਰ ਇਸ ਤਰ੍ਹਾਂ ਮਨੁੱਖ ਨਿਸ਼ਚਿੰਤ ਹੋ ਜਾਂਦਾ ਹੈ, ਉਹਨੂੰ ਕੋਈ ਫਿਕਰ ਚਿੰਤਾ ਨਹੀਂ ਹੁੰਦੀ, ਕਿਉਂਕਿ ਨਾਮ ਜਪਦਾ ਹੈ, ਦਰਗਾਹ 'ਚ ਬੈਠਣ ਨੂੰ ਉਹਨੂੰ ਥਾਂ ਮਿਲ ਜਾਂਦਾ ਹੈ, ਇਸ ਲਈ ਉਹ ਨਿਸ਼ਚਿੰਤ ਹੋ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।